ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਸੋ ਤੁਹਾਡਾ ਕੋਈ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਅੱਜ ਕਈ ਮੁੱਦਿਆਂ ਉੱਤੇ ਅਸੀਂ ਵਿਚਾਰ ਵਟਾਂਦਰਾ ਕਰਨਾ, ਖਾਸ ਤੌਰ ਤੇ ਜਿਹੜੇ ਫੋਰਨਰਸ ਨੇ ਇਸ ਵਕਤ ਫੋਰਨ ਵਰਕ ਪਰਮਿਟ ਲਈ ਅਪਲਾਈ ਕਰ ਰਹੇ ਨੇ, ਫੋਰਨਰਸ ਕੈਨੇਡਾ ਦੇ ਵਰਕ ਪਰਮਿਟ ਲਈ, ਇਸ ਬਾਰੇ ਗੱਲਬਾਤ ਕਰਾਂਗੇ। ਬਹੁਤ ਸਾਰੇ ਸਾਨੂੰ ਇਸ ਵਕਤ ਸਵਾਲ ਆ ਰਹੇ ਨੇ ਕੈਨੇਡਾ ਦੇ ਵਰਕ ਪਰਮਿਟ ਨੂੰ ਲੈ ਕੇ, ਸੋ ਤੁਹਾਡੇ ਸਵਾਲਾਂ ਦੇ ਅਸੀਂ ਜਵਾਬ ਵੀ ਦੇਵਾਂਗੇ। ਕੋਈ ਤੁਹਾਡਾ ਸਵਾਲ ਹੈ ਆਪਣੇ ਪ੍ਰੋਸੈਸ ਨੂੰ ਲੈ ਕੇ ਜਾਂ ਕੈਨੇਡੀਅਨ ਇਮੀਗ੍ਰੇਸ਼ਨ ਦਾ ਕੋਈ ਵੀ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ। ਤੇ ਅੱਜ ਲਾਈਵ ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਤੇ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ। ਕੀ ਹਾਲ ਚਾਲ ਨੇ ਸਰ? ਆਲ ਗੁੱਡ ਤਰਨ। ਸਰ, ਇਲੈਕਸ਼ਨਸ ਦਾ ਮਾਹੌਲ ਤਾਂ ਗਰਮ ਹੋ ਗਿਆ, ਪਰ ਇਸ ਵਕਤ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਕਾਫੀ ਗਰਮ ਹੋਇਆ। IRCC ਦੇ ਆਫਿਸ ਦੇ ਬਾਹਰ ਸੰਡੇ ਨੂੰ ਕਾਫੀ ਜ਼ਿਆਦਾ ਕਹਿੰਦੇ ਪ੍ਰੋਟੈਸਟ ਹੋਇਆ, ਲੋਕਾਂ ਨੇ ਫਾਈਲਸ ਲੈ ਕੇ ਪ੍ਰੋਟੈਸਟ ਕੀਤੇ ਨੇ ਕਿ ਉਹਨਾਂ ਦੀਆਂ ਫਾਈਲਸ ਡਿਲੇ ਹੋ ਰਹੀਆਂ ਨੇ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੋਵਿਡ ਕਰਕੇ ਡਿਲੇ ਹੋ ਰਿਹਾ, ਹੁਣ ਕਿਹਾ ਜਾ ਰਿਹਾ ਕਿ ਅਫਗਾਨ ਰਿਫਿਊਜੀਆਂ ਦੇ ਵੱਲ ਜ਼ਿਆਦਾ ਫੋਕਸ ਹੋਇਆ ਇਸ ਲਈ ਡਿਲੇ ਹੋ ਰਿਹਾ। ਸੋ ਮਤਲਬ ਕਦੋਂ ਪਟੜੀ ਤੇ ਆਏਗਾ ਸਾਰਾ ਕੰਮ? ਤਰਨ, ਵੈਸੇ ਐਜ਼ ਅ ਮੈਟਰ ਆਫ ਫੈਕਟ ਕਾਫੀ ਚੀਜ਼ਾਂ ਪਟੜੀ ਤੇ ਆ ਚੁੱਕੀਆਂ ਹੈਗੀਆਂ, ਰਾਈਟ। ਜਿਹੜੀਆਂ ਚੀਜ਼ਾਂ ਔਨ ਹੋਲਡ ਸੀਗੀਆਂ ਉਹ ਸਾਰਿਆਂ ਤੇ ਹੁਣ ਕੰਮ ਹੋਣਾ ਸ਼ੁਰੂ ਹੋ ਗਿਆ। ਜਿਹੜੇ ਵਰਕ ਪਰਮਿਟ ਦੀ ਗੱਲ ਕਰੀਏ, ਜਿਹੜੇ ਲਾਸਟ ਈਅਰ ਦੀਆਂ ਕੋਵਿਡ ਦੇ ਟਾਈਮ ਤੇ ਲੱਗੀਆਂ ਸੀਗੀਆਂ, ਉਹ ਅਕਤੂਬਰ ਨਵੰਬਰ ਦੀਆਂ ਫਾਈਲਸ ਤੇ ਇਸ ਟਾਈਮ ਤੇ ਵਰਕ ਹੋ ਰਿਹਾ। ਐਬਸੋਲੂਟਲੀ ਟਾਈਮ ਬਹੁਤ ਜ਼ਿਆਦਾ ਲੱਗ ਗਿਆ, ਕੋਈ ਦੇयर इज नो डाउट, ਬਿਕੋਜ਼ 1.5 ਸਾਲ ਦਾ ਕੋਈ ਕੰਮ ਹੀ ਨਹੀਂ ਹੋਇਆ। ਬਟ ਹੁਣ ਐਵਰੀਥਿੰਗ ਸੀਮਸ ਟੂ ਬੀ ਕਮਿੰਗ ਔਨ ਟਰੈਕ। ਯੈਸ, ਕਿਸੇ ਨੇ ਸੋਚਿਆ ਨਹੀਂ ਸੀ ਕਿ ਅਫਗਾਨ ਮੁੱਦਾ ਇੰਨਾ ਵੱਡਾ ਇੱਕੋਦਮ ਹੋ ਜਾਏਗਾ। ਸੋ ਉਹਦੇ ਕਰਕੇ ਯੈਸ, ਉਹ ਜਿਹੜੇ ਇੰਟਰਪ੍ਰੇਟਰਸ, ਜਿਹੜੇ ਟੀਮ ਨੇ ਉੱਥੇ ਅਫਗਾਨੀਜ਼ ਨੇ ਕੈਨੇਡੀਅਨ ਗਵਰਨਮੈਂਟ ਵਾਸਤੇ ਕੰਮ ਕੀਤਾ ਹੋਇਆ, ਸੋ ਉਹਨਾਂ ਨੂੰ ਵੀ ਸੇਵ ਕਰਨਾ ਜਾਂ ਉਹਨਾਂ ਨੂੰ ਵੀ ਉੱਥੋਂ ਲੈ ਕੇ ਆਉਣਾ, ਉਹ ਵੀ ਇੱਕ ਪ੍ਰਾਇੋਰਟੀ ਸੀਗੀ ਗਵਰਨਮੈਂਟ ਵਾਸਤੇ। ਆਈ ਥਿੰਕ ਗਵਰਨਮੈਂਟ ਇਜ਼ ਔਨ ਦੈਟ। ਯੈਸ, ਟਾਈਮ ਲੱਗ ਰਿਹਾ ਬਟ ਥਿੰਗਸ ਆਰ ਬੈਕ ਔਨ ਟਰੈਕ। ਬਿਲਕੁਲ ਸਰ, ਪਰ ਇਮੀਗ੍ਰੇਸ਼ਨ ਦਾ ਮੁੱਦਾ ਇਸ ਵਾਰ ਇਲੈਕਸ਼ਨਸ 'ਚ ਇੰਨਾ ਜ਼ਿਆਦਾ ਹਾਈਲਾਈਟ ਨਹੀਂ ਹੋਇਆ ਜਿੰਨਾ ਪਿਛਲੀ ਵਾਰੀ ਹਾਈਲਾਈਟ ਹੋਇਆ ਸੀ। ਤੇ ਆਪਾਂ ਹੁਣ ਜੇ ਆਪਣੇ ਟੌਪਿਕ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਨਿਊ ਬ੍ਰੰਸਵਿਕ ਤੋਂ ਕੁਝ ਅਨਾਉਂਸਮੈਂਟਸ ਆਈਆਂ ਨੇ ਪ੍ਰਾਈਵੇਟ ਕਾਲਜਸ ਨੂੰ ਲੈ ਕੇ। ਕੀ ਅਨਾਉਂਸਮੈਂਟ ਹੈਗੀਆਂ ਨੇ? ਤਰਨ, ਬੇਸਿਕਲੀ ਇੱਕ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ। 4 ਕਾਲਜਸ ਨਿਊ ਬ੍ਰੰਸਵਿਕ ਦੇ ਹੈਗੇ ਨੇ, ਜਿਨ੍ਹਾਂ ਦੇ ਪਾਸ ਆਊਟ ਸਟੂਡੈਂਟਸ ਜਿਹੜੇ ਹੋਣਗੇ ਉਹ ਇੱਕ ਨਵੀਂ ਸਟਰੀਮ ਕ੍ਰੀਏਟ ਕੀਤੀ ਗਈ ਨਿਊ ਬ੍ਰੰਸਵਿਕ ਦੇ ਵਿੱਚ, PNPs ਦੇ ਵਿੱਚ। ਸੋ ਇਹ 19 ਆਕੂਪੇਸ਼ਨਸ ਦੀ ਲਿਸਟ ਹੈਗੀ ਹੈ, ਜਿਹਦੇ ਵਿੱਚ ਅਰਲੀ ਚਾਈਲਡਹੁੱਡ ਐਜੂਕੇਟਰਸ, ਨਰਸਿਸ, ਇਸ ਤਰ੍ਹਾਂ ਦੇ ਕੋਰਸਿਸ ਹੈਗੇ ਨੇ। ਹੈਲਥ ਸਰਵਿਸਿਜ਼ ਨਾਲ ਰਿਲੇਟਡ ਜ਼ਿਆਦਾ ਹੈਗੇ ਨੇ ਤੇ ਉਹ ਸਟ੍ਰੇਟ ਅਵੇ PNP ਵਾਸਤੇ ਕੁਆਲੀਫਾਈ ਕਰ ਸਕਦੇ ਨੇ। ਸੋ ਆ ਪ੍ਰਾਈਵੇਟ ਕਾਲਜਸ ਦੇ ਨਾਰਮਲੀ ਸਟੂਡੈਂਟਸ ਨੂੰ ਪੋਸਟ ਗ੍ਰੈਡ ਵਰਕ ਪਰਮਿਟ ਨਹੀਂ ਮਿਲਦਾ। ਸੋ ਆ ਸਟੂਡੈਂਟਸ ਸਟ੍ਰੇਟ ਅਵੇ PNP ਵਾਸਤੇ ਐਲੀਜੀਬਿਲਟੀ ਉਹਨਾਂ ਦੀ ਬਣ ਸਕਦੀ ਹੈਗੀ ਹੈ ਇਫ ਦੇ ਪਾਸ ਆਊਟ ਫਰੋਮ ਥੀਸ 4 ਕਾਲਜਸ ਐਂਡ ਉਹ 19 ਸਟਰੀਮਸ ਦੇ ਵਿੱਚ ਜੇ ਉਹਨਾਂ ਦੀ ਪੜ੍ਹਾਈ ਹੋਏਗੀ ਤਾਂ। ਜੀ ਬਿਲਕੁਲ। ਤੇ ਸਰ, ਇਹਦੇ ਵਿੱਚ ਕਿਹਨੂੰ ਜ਼ਿਆਦਾ ਫਾਇਦਾ ਹੋਏਗਾ? ਸਟੂਡੈਂਟਸ ਜਿਹੜੇ ਇਸ ਵਕਤ ਜਿਨ੍ਹਾਂ ਕੋਲ ਪੋਸਟ ਗ੍ਰੈਡ ਵਰਕ ਪਰਮਿਟ ਕਈ ਐਜੈਂਸੀ ਜਿਹੜੇ ਐਲੀਜੀਬਲ ਨਹੀਂ ਹੋ ਪਾ ਰਹੇ ਸੀਗੇ, ਸੋ ਜੇਕਰ ਇਹਨਾਂ ਕਾਲਜਸ ਦੇ ਵਿੱਚੋਂ ਦੀ ਪਾਸ ਆਊਟ ਹੁੰਦੇ ਨੇ ਤਾਂ ਉਹਦੇ ਲਈ ਐਲੀਜੀਬਲ ਹੋ ਸਕਦਾ। ਤਰਨ, ਬੇਸਿਕਲੀ ਇਹ ਆਕੂਪੇਸ਼ਨਸ ਐਂਡ ਡਿਮਾਂਡ ਨੂੰ ਲੈ ਕੇ ਆ ਲਿਸਟ ਹਾਈਲਾਈਟ ਕੀਤੀ ਗਈ ਹੈ। ਸੋ ਜਿਹੜੇ ਆਕੂਪੇਸ਼ਨਸ ਉੱਥੇ ਸ਼ਾਰਟੇਜਸ ਹੈਗੀਆਂ, ਵਰਕਰਸ ਦੀਆਂ ਸ਼ਾਰਟੇਜਸ ਹੈਗੀਆਂ, ਉਹਨਾਂ ਨੂੰ ਹਾਈਲਾਈਟ ਕਰਕੇ ਆ 19 ਆਕੂਪੇਸ਼ਨਸ ਪਿਕ ਕੀਤੇ ਗਏ ਨੇ। ਸੋ ਉਸ ਹਿਸਾਬ ਦੇ ਨਾਲ ਫਾਇਦਾ, ਯੂ ਆਰ ਰਾਈਟ, ਕਿ ਦੋਵਾਂ ਨੂੰ ਹੋਏਗਾ ਜੀ। ਬਟ ਜਿਹੜੇ ਪ੍ਰਾਈਵੇਟ ਕਾਲਜਸ ਵਾਲੇ ਸਟੂਡੈਂਟ ਸੀ ਉਹਨਾਂ ਨੂੰ ਤਾਂ ਪੋਸਟ ਗ੍ਰੈਡ ਮਿਲਦਾ ਹੀ ਨਹੀਂ ਸੀਗਾ, ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਐਲੀਜੀਬਿਲਟੀ ਨਹੀਂ ਬਣਦੀ ਸੀ ਉਹ। ਸੋ ਉਹਨਾਂ ਨੂੰ ਇੱਕ ਐਡਿਡ ਐਡਵਾਂਟੇਜ ਹੈਗਾ ਜੀ। ਸਰ, ਜਿਹੜਾ PR to TR ਪ੍ਰੋਗਰਾਮ ਆ ਉਹਦੇ ਵਿੱਚ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਕਾਫੀ ਹੁਣ ਤੇਜ਼ੀ ਦੇ ਨਾਲ ਕੰਮ ਹੋ ਰਿਹਾ ਤੇ ਡਾਕੂਮੈਂਟਸ ਜਿਹੜੇ ਆ ਮੰਗੇ ਜਾ ਰਹੇ ਨੇ ਤੇ ਅੱਗੇ ਦੀ ਅੱਗੇ ਅਪਡੇਸ਼ਨਸ ਆ ਰਹੀਆਂ ਨੇ। ਕਿਸੇ ਨੂੰ ਕਿਹਾ ਜਾ ਰਿਹਾ ਕਿ PCC ਮੰਗੀ ਜਾ ਰਹੀ ਹੈ, ਕਿਸੇ ਤੋਂ ਕੁਝ ਕੀਤਾ ਜਾ ਰਿਹਾ, ਮੈਡੀਕਲ ਤੱਕ ਆਉਣੇ ਸ਼ੁਰੂ ਹੋ ਗਏ ਨੇ। ਤਰਨ, ਦਸੰਬਰ ਤੋਂ ਪਹਿਲਾਂ ਉਹ ਬੱਚਿਆਂ ਨੇ ਪਰਮਨੈਂਟ ਰੈਜ਼ੀਡੈਂਸੀ ਮਿਲਣੀ ਹੈਗੀ, ਕਿਉਂਕਿ ਗਵਰਨਮੈਂਟ ਨੇ ਵੀ ਆਪਣੇ ਨੰਬਰਸ ਦੇ ਉੱਤੇ ਕੰਮ ਕਰ ਰਹੀ ਹੈ। ਬਿਕੋਜ਼ ਇਸ ਟਾਈਮ ਤੇ ਗਵਰਨਮੈਂਟ ਨੇ ਦੱਸਿਆ ਸੀਗਾ ਕਿ 4,01,000 ਸਾਡਾ ਟਾਰਗੇਟ ਰਹੇਗਾ 2021 ਵਾਸਤੇ। ਸੋ 1,83,000 ਤੋਂ ਉੱਪਰ ਹੋ ਚੁੱਕਾ ਹੈਗਾ ਜੁਲਾਈ ਤੱਕ। ਸੋ ਹੁਣ ਗਵਰਨਮੈਂਟ ਨੇ ਬਾਕੀ ਨੰਬਰਸ ਦੇ ਉੱਤੇ ਵੀ 2 ਲੱਖ ਤੇ ਉਹ ਬੱਚੇ ਇੱਥੋਂ ਹੀ ਪੂਰੇ ਹੋਣੇ ਹੈਗੇ ਨੇ ਜਿਹੜੇ ਨੂੰ ਪੋਸਟ ਗ੍ਰੈਡ ਵਰਕ ਪਰਮਿਟ ਮਿਲਣਾ। ਜੇ ਤੇ ਰਿਸਟ੍ਰਿਕਸ਼ਨਸ ਖਤਮ ਹੋ ਜਾਂਦੀਆਂ ਅਗਸਤ ਸੈਪਟੈਂਬਰ ਦੇ ਵਿੱਚ ਵੀ ਆਰ ਹੋਪਫੁਲ, ਤੇ ਗਵਰਨਮੈਂਟ ਆਉਣ ਤੋਂ ਬਾਅਦ ਅਗਲੇ ਲਾਸਟ ਕੁਆਟਰ ਦੇ ਵਿੱਚ ਬਾਹਰੋਂ ਵੀ ਇਮੀਗ੍ਰੈਂਟਸ ਆ ਸਕਣਗੇ। ਸਰ, ਸੈਪਟੈਂਬਰ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, 7 ਸਤੰਬਰ ਨੂੰ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜੀ ਆ ਬਾਕੀ ਮੁਲਕਾਂ ਦੀ ਰਿਸਟ੍ਰਿਕਸ਼ਨਸ ਉਹ ਖੁੱਲ ਜਾਣਗੀਆਂ। ਸੋ ਅਜਿਹੇ ਵਿੱਚ ਜਿਹੜੇ ਹੁਣ ਡਰਾਸ ਨੇ, ਤੁਹਾਨੂੰ ਲੱਗਦਾ ਕਿ ਸਕੋਰ ਵੀ ਹੁਣ ਉੱਪਰ ਜਾਣਾ ਸ਼ੁਰੂ ਹੋ ਜਾਏਗਾ? ਬਿਲਕੁਲ ਤਰਨ ਜੀ, ਫਰਕ ਪਏਗਾ ਜੀ। ਐਂਡ ਹੋ ਸਕਦਾ ਇਮੀਡੀਏਟਲੀ ਸੈਪਟੈਂਬਰ ਤੋਂ ਡਰਾ ਦੇ ਐਕਸਪ੍ਰੈਸ ਐਂਟਰੀ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਦੇ ਉੱਤੇ ਹੀ ਫੋਕਸ ਰਹੇ, ਬਟ ਅਕਤੂਬਰ ਆਨਵਰਡਸ ਯੈਸ ਬਾਹਰ ਵਾਲੇ ਐਪਲੀਕੈਂਟਸ ਵੀ ਪਿਕ ਹੋਣੇ ਸ਼ੁਰੂ ਹੋ ਜਾਣਗੇ। ਬਿਲਕੁਲ ਸਰ, ਅੱਜ ਦੇ ਮੁੱਦੇ ਦੇ ਉੱਤੇ ਆਪਾਂ ਆਈਏ ਵਰਕ
ਪਰਮਿਟ ਦੇ ਬਾਰੇ ਵਿੱਚ ਗੱਲ ਕਰਨ ਵਾਲੇ ਹਾਂ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਕਹਿ ਦਈਏ ਕਿ ਤੁਹਾਡਾ ਕੋਈ ਸਵਾਲ ਹੈ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਸਰ, ਵਰਕ ਪਰਮਿਟ ਸਭ ਤੋਂ ਪਹਿਲਾਂ ਫੋਰਨ ਵਰਕ ਪਰਮਿਟ ਤੇ ਜੇ ਇੱਥੋਂ ਵਰਕ ਪਰਮਿਟ ਅਪਲਾਈ ਕਰਨਾ ਹੋਵੇ, ਦੋਵਾਂ ਦੇ ਵਿੱਚ ਕਿੰਨਾ ਡਿਫਰੈਂਸ ਹੈਗਾ ਕਿ ਜੇਕਰ ਇੱਥੇ ਕੋਈ ਟੂਰਿਸਟ ਆਉਂਦਾ ਉਹਨੇ ਆਪਣਾ ਵਰਕ ਪਰਮਿਟ ਅਪਲਾਈ ਕਰਨਾ, ਇੱਕ ਜਿਨ੍ਹਾਂ ਨੇ ਬਾਹਰੋਂ ਕਿਸੇ ਹੋਰ ਕੰਟਰੀ ਤੋਂ ਆਪਣਾ ਵਰਕ ਪਰਮਿਟ ਅਪਲਾਈ ਕਰਨਾ? ਤਰਨ, ਜਿੱਥੋਂ ਮਰਜ਼ੀ ਐਪਲੀਕੈਂਟਸ ਅਪਲਾਈ ਕਰਨ ਵਰਕ ਪਰਮਿਟ ਵਾਸਤੇ। ਸੋ ਬੇਸਿਕਲੀ ਦੋ ਸਟਰੀਮਸ ਹੈਗੀਆਂ। ਇੱਕ ਤਾਂ ਸਟਰੀਮ ਹੋਗੀ ਫੋਰਨ ਵਰਕਰ ਸਟਰੀਮ। ਜੇ ਫੋਰਨ ਵਰਕਰ ਸਟਰੀਮ ਦੇ ਵਿੱਚ ਜਿਹੜੇ ਇੰਪਲੋਇਰ ਡਰਿਵਨ ਵਰਕ ਪਰਮਿਟਸ ਹੈਗੇ ਨੇ, ਸਪੋਜ਼ ਮੈਂ ਇੰਪਲੋਇਰ ਹੈਗਾ, ਮੈਂ ਚਾਹੁੰਦਾ ਕਿ ਮੇਰੇ ਸ਼ਾਰਟੇजेस, ਮੇਰੀ ਲੇਬਰ ਸ਼ਾਰਟੇजेस ਪੂਰੀਆਂ ਹੋ ਜਾਣ, ਤਾਂ ਉਹਦੇ ਵਾਸਤੇ ਮੈਂ ਬਾਹਰੋਂ ਲੇਬਰ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ। ਹੁਣ ਜੇ ਕੋਈ ਵਿਜ਼ਿਟ ਵੀਜ਼ਾ ਤੇ ਕੋਈ ਕੈਨੇਡਾ ਦੇ ਹੈਗਾ ਐਂਡ ਉਹਦੇ ਕੋਲ ਰਿਕੁਆਇਰਡ ਸਕਿੱਲ ਸੈਟਸ ਹੈਗੇ ਨੇ, ਤਾਂ ਮੈਨੂੰ ਵਿਦਿਨ ਕੈਨੇਡਾ ਵੀ ਐਪਲੀਕੈਂਟ ਲੈਣ ਦੇ ਵਾਸਤੇ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਸੋ ਆਹ ਦੋਨੋਂ ਸਟਰੀਮਸ ਬੇਸਿਕਲੀ ਸੇਮ ਸਟਰੀਮਸ ਹੈਗੀਆਂ। ਦੂਸਰੀ ਹੈਗੀ ਜੀ ਇੰਟਰਾ ਕੰਪਨੀ ਟ੍ਰਾਂਸਫਰ, ਜਿਹੜੀ ਵੀਜ਼ਾ LMI ਐਗਜ਼ੈਂਪਟ ਸਟਰੀਮ ਹੈਗੀ ਹੈ। ਸੋ ਉਹਦੇ ਵਿੱਚ ਜੇ ਕੋਈ ਬਿਜ਼ਨਸ ਕਰ ਰਹੇ ਹੋ, ਬਿਜ਼ਨਸ ਐਕਸਪੈਂਸ਼ਨ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਜਾਂ ਤੁਹਾਡਾ ਬਿਜ਼ਨਸ ਐਗਜ਼ਿਸਟ ਕਰਦਾ ਪਿਆ ਹੈ ਕਿਸੇ ਵੀ ਕੰਟਰੀ ਦੇ ਵਿੱਚ, ਉਹਦਾ ਕੈਨੇਡਾ ਦੇ ਵਿੱਚ ਤੁਸੀਂ ਕਿਸੇ ਆਪਣੇ ਕੋਈ ਕੰਟਰੈਕਟ ਮਿਲਿਆ ਤਾਂ ਉੱਥੇ ਭੇਜਣਾ ਚਾਹੁੰਦੇ ਹੋ, ਸੋ ਉਹ ਚੀਜ਼ਾਂ ਇੰਟਰਾ ਕੰਪਨੀ ਟ੍ਰਾਂਸਫਰੀ ਦੇ ਵਿੱਚ ਜ਼ਿਆਦਾ ਢੁਕਵੀਂ ਪੈਂਦੀਆਂ ਹੈਗੀਆਂ। ਸਰ, ਫੋਰਨ ਵਰਕਰ ਦੀ ਗੱਲ ਕੀਤੀ ਜਾਵੇ ਤਾਂ ਫੋਰਨ ਵਰਕ ਪਰਮਿਟ ਦੇ ਵਿੱਚ ਕੀ ਸਟੈਪਸ ਹੋ ਸਕਦੇ ਆ? ਸਭ ਤੋਂ ਪਹਿਲਾ ਸਟੈਪ ਕੀ ਹੋਏਗਾ ਜੇਕਰ ਕੋਈ ਇੱਥੇ ਕੈਨੇਡਾ ਦੇ ਵਿੱਚ ਕੋਈ ਨੌਕਰੀ ਦੀ ਭਾਲ ਦੇ ਵਿੱਚ ਹੈਗਾ, ਕੋਈ ਚਾਹੁੰਦਾ ਹੈ ਕਿ ਕੈਨੇਡਾ ਵਿੱਚ ਆਪਣਾ ਭਵਿੱਖ ਬਣਾਵੇ, ਸੋ ਸਭ ਤੋਂ ਪਹਿਲਾ ਸਟੈਪ ਕੀ ਹੋਏਗਾ? ਕਿੱਥੋਂ ਜੌਬ ਉਹ ਲੱਭ ਸਕਦੇ ਨੇ ਜਾਂ ਉਹਨਾਂ ਨੂੰ ਕੋਈ ਜੌਬ ਆਫਰ ਆਉਣਾ ਲਾਜ਼ਮੀ ਹੈ? ਤਰਨ, ਤਕਰੀਬਨ 5.5 ਲੱਖ ਫੋਰਨ ਵਰਕਰਸ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ। ਸੋ 5.5 ਲੱਖ ਇੱਕ ਬੜਾ ਵੱਡੀ ਨੰਬਰ ਹੈਗਾ, ਬੜੀ ਵੱਡੀ ਤਾਦਾਦ ਹੈਗੀ ਹੈ। ਐਂਡ 5.5 ਲੱਖ ਬਿਕੋਜ਼ ਜਿਹੜੇ ਕੈਨੇਡੀਅਨ ਬਿਜ਼ਨੈਸਿਸ ਹੈਗੇ ਨੇ ਨਾ, ਅਸੀਂ ਬਹੁਤ ਸਾਰੇ ਬਿਜ਼ਨੈਸਿਸ ਇਹੋ ਜਿਹੇ ਹੈਗੇ ਨੇ ਜਿਹਦੇ ਵਿੱਚ ਉਹ ਬਿਜ਼ਨਸ ਹੀ ਨਹੀਂ ਰਨ ਕਰ ਪਾਣਗੇ ਜੇ ਫੋਰਨ ਵਰਕਰ ਆ ਕੇ ਉੱਥੇ ਕੰਮ ਨਹੀਂ ਕਰੇਗਾ। ਤਾਂ ਅਸੀਂ ਐਗਰੀਕਲਚਰ ਸੈਕਟਰ ਤੋਂ ਹੀ ਸ਼ੁਰੂ ਹੁੰਦੇ ਹਾਂ। ਤੁਹਾਨੂੰ ਯਾਦ ਹੋਏਗਾ ਕਿ ਲਾਸਟ ਈਅਰ ਜਦੋਂ ਕੋਵਿਡ ਨੇ ਹਿੱਟ ਕੀਤਾ ਸੀਗਾ, ਪੈਂਡੈਮਿਕ ਆਇਆ ਸੀਗਾ, ਤੇ ਬਹੁਤ ਸਾਰੇ ਸਾਡੇ ਫਾਰਮਰਸ, ਸਾਡੀ ਗ੍ਰੀਨ ਹਾਊਸਿਸ ਨੇ, ਸਾਡੀ ਡੇਅਰੀਜ਼ ਨੇ ਬਹੁਤ ਸਫਰ ਕੀਤਾ ਸੀਗਾ, ਬਿਕੋਜ਼ ਹਰ ਸਾਲ ਵੱਡੀ ਤਾਦਾਦ ਦੇ ਵਿੱਚ ਸੀਜ਼ਨਲ ਵਰਕਰਸ ਕੈਨੇਡਾ ਦੇ ਵਿੱਚ ਕੰਮ ਕਰਨ ਆਉਂਦੇ ਨੇ, ਖਾਸ ਕਰ ਕੈਰੀਬੀਅਨ ਕੰਟਰੀਜ਼ ਤੋਂ, ਮੈਕਸੀਕੋ ਤੋਂ, ਕੈਰੀਬੀਅਨ ਕੰਟਰੀਜ਼ ਤੋਂ। ਸੋ ਉਹ ਚੀਜ਼ਾਂ ਵੀ ਫੁੱਲਫਿਲ ਹੋਣ ਪਈ। ਇਸ ਟਾਈਮ ਤੇ 5.5 ਲੱਖ ਦੇ ਵਿੱਚੋਂ ਤਕਰੀਬਨ 27-28% ਐਗਰੀਕਲਚਰ ਸੈਕਟਰ ਦੇ ਵਿੱਚ ਕੰਮ ਕਰਦੇ ਨੇ। ਸੋ ਸਿਰਫ 1.5 ਲੱਖ ਦੇ ਆਸ-ਪਾਸ, ਐਂਡ ਕੱਲਾ ਸੀਜ਼ਨਲ ਵਰਕਰਸ ਨਹੀਂ ਹੈਗੇ, ਅਰਾਊਂਡ ਦਾ ਈਅਰ ਵਰਕ ਵਾਲੇ ਵੀ ਹੈਗੇ ਨੇ। ਹੁਣ ਉਸ ਤੋਂ ਬਾਅਦ ਦੂਜੀ ਗੱਲ ਕਰੀਏ, ਤਕਰੀਬਨ 10% ਇਹੋ ਜਿਹੇ ਵਰਕਰਸ ਹੈਗੇ ਨੇ ਜਿਹੜੇ ਹਾਊਸ ਹੋਲਡ ਦੇ ਵਿੱਚ ਕੰਮ ਕਰਦੇ ਨੇ। ਸੋ ਜਿਸ ਤਰ੍ਹਾਂ ਕੇਅਰ ਗਿਵਰਸ ਹੋ ਗਏ, ਉਹ 10% ਮਤਲਬ ਤਕਰੀਬਨ 50,000 ਉਹ ਵੀ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਨੇ। ਹੁਣ ਅਸੀਂ ਗੱਲ ਕਰੀਏ ਗੈਸ ਸਟੇਸ਼ਨ ਦੀ, ਤਕਰੀਬਨ 8.5-9% ਉਹ ਵੀ ਹੈਗੇ ਨੇ ਜਿਹੜੇ ਗੈਸ ਸਟੇਸ਼ਨਸ ਤੇ ਇੰਪਲੋਇਡ ਹੈਗੇ ਨੇ, ਗੈਸ ਸਟੇਸ਼ਨ ਅਟੈਂਡੈਂਟਸ ਕਹਿ ਲਓ, ਗੈਸ ਸਟੇਸ਼ਨ ਸੁਪਰਵਾਈਜ਼ਰਸ, ਮੈਨੇਜਰਸ। ਸੋ ਉਹ ਵੀ ਤਕਰੀਬਨ 40-45,000 ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਨੇ। ਹੁਣ ਡੇਅਰੀ ਫਾਰਮਸ ਦੇ ਵਿੱਚ ਵੀ ਤਕਰੀਬਨ 40-45,000 ਐਪਲੀਕੈਂਟਸ ਹੈਗਾ ਜਿਹੜਾ ਡੇਅਰੀ ਫਾਰਮਸ ਦੇ ਵਿੱਚ ਸਾਡੇ ਐਨੀਮਲ ਫਾਰਮਸ ਦੇ ਵਿੱਚ ਕੰਮ ਕਰਦਾ। ਹੁਣ ਹਸਪਿਟੈਲਿਟੀ ਸੈਕਟਰ ਜਿਹੜਾ ਕਾਫੀ ਵੱਡਾ ਸੈਕਟਰ ਹੈਗਾ, ਜਿਸ ਤਰ੍ਹਾਂ ਕੁਕਸ ਹੋ ਗਏ, ਸ਼ੈਫਸ ਹੋ ਗਏ, ਬੇਕਰਸ ਹੋ ਗਏ, ਸਰਵਰਸ ਹੋ ਗਏ, ਰੂਮ ਅਟੈਂਡੈਂਟਸ ਹੋ ਗਏ, ਰੂਮ ਕਲੀਨਰਸ ਹੋ ਗਏ, ਰੂਮ ਸੁਪਰਵਾਈਜ਼ਰਸ ਹੋ ਗਏ, ਉਸ ਸੈਕਟਰ ਦੇ ਵਿੱਚ ਵੀ 50 ਤੋਂ 75,000 ਐਪਲੀਕੈਂਟਸ ਇਸ ਟਾਈਮ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗਾ। ਸੋ ਤਰਨ, ਕਹਿਣ ਦਾ ਮਤਲਬ ਹੈ ਕਿ ਸਾਡੇ ਸਾਰੇ ਜਿੰਨੇ ਵੀ ਆਕੂਪੇਸ਼ਨਸ ਹੈਗੇ ਨੇ, ਕਾਫੀ ਸਾਰੇ ਬਿਜ਼ਨੈਸਿਸ ਇਹੋ ਜਿਹੇ ਹੈਗੇ ਨੇ, ਜੇ ਫੋਰਨ ਵਰਕਰ ਆ ਕੇ ਕੰਮ ਨਾ ਕਰੇ ਤੇ ਉਸ ਇੰਡਸਟਰੀ ਵੀ ਸਰਵਾਈਵ ਕਰਨਾ ਔਖਾ ਹੋ ਜਾਣਾ ਹੈਗਾ। ਇਸੇ ਤਰ੍ਹਾਂ ਕੰਸਟਰਕਸ਼ਨ ਇੰਡਸਟਰੀ, ਲੌਜਿਸਟਿਕਸ ਦੇ ਵਿੱਚ ਵੀ ਫੋਰਨ ਵਰਕਰਸ ਆ ਕੇ ਬੜਾ ਅਹਿਮ ਰੋਲ ਪਲੇ ਕਰਦੇ ਨੇ। ਸੋ 5.5 ਲੱਖ ਇਹ ਤੇ ਇਸ ਟਾਈਮ ਦੇ ਫਿਗਰਸ ਹੈਗੇ ਨੇ। ਬਟ ਇੱਕ ਚੀਜ਼ ਹੋਰ ਜਿਹੜੀ ਸਟੱਡੀ ਆਈ ਹੈ, 1,70,000 ਜੌਬ ਸਾਡੇ ਕੋਲ ਹੋਰ ਹੈਗੀਆਂ ਜਿਹੜੀਆਂ ਫੋਰਨ ਵਰਕਰਸ ਨੇ ਆ ਕੇ ਪੂਰੀਆਂ ਕਰਨੀਆਂ। ਸੋ ਤਕਰੀਬਨ ਆਉਣ ਵਾਲੇ ਸਮੇਂ ਦੇ ਵਿੱਚ ਇਹ 7-8 ਲੱਖ ਫੋਰਨ ਵਰਕਰਸ ਹਰ ਸਾਲ ਹਰ ਟਾਈਮ ਤੇ ਕੈਨੇਡਾ 'ਚ ਪ੍ਰੈਜ਼ੈਂਟ ਹੋਣਗੇ। ਤੁਹਾਨੂੰ ਯਾਦ ਹੋਏਗਾ ਪਿੱਛੇ ਇੱਕ ਇਹ ਵੀ ਸਟੱਡੀ ਆ ਗਈ ਸੀ ਕਿ 4 ਸਾਲ ਤੋਂ ਜ਼ਿਆਦਾ ਕੋਈ ਫੋਰਨ ਵਰਕਰ ਕੈਨੇਡਾ ਕੰਮ ਨਹੀਂ ਕਰ ਸਕੇਗਾ। ਫਿਰ ਉਹ ਨਵੀਂ ਸਰਕਾਰ ਨੇ ਆ ਕੇ ਉਹ ਜਿਹੜੀ ਰੂਲਿੰਗ ਸੀਗੀ ਉਹਨੂੰ ਰੱਦ ਕੀਤਾ। ਸੋ ਫੋਰਨ ਵਰਕਰ ਹੁਣ ਕੰਟੀਨਿਊਸਲੀ ਇੱਥੇ ਰਹਿ ਕੇ ਕੰਮ ਕਰ ਸਕਦਾ ਹੈਗਾ, ਬਿਕੋਜ਼ ਸਾਡੇ ਇੱਥੇ ਬੈਨੀਫਿਟ ਕਿਹਦਾ ਹੈਗਾ ਤਰਨ? ਜਦੋਂ ਵੀ ਫੋਰਨ ਵਰਕਰ ਆਉਂਦਾ, ਬੈਨੀਫਿਟ ਹੈਗਾ ਪਹਿਲੇ ਤਾਂ ਬਿਜ਼ਨਸਮੈਨ ਨੂੰ, ਜਿਹੜਾ ਬਿਜ਼ਨਸ ਰਨ ਕਰ ਰਿਹਾ, ਐਂਟਰਪ੍ਰੈਨਿਓਰ ਹੈਗਾ, ਉਹਦੀ ਲੇਬਰ ਸ਼ਾਰਟੇजेस ਦੂਰ ਹੋ ਰਹੀਆਂ। ਬਿਕੋਜ਼ ਜੇ ਲੇਬਰ ਸ਼ਾਰਟੇजेस ਪੂਰੀਆਂ ਨਹੀਂ ਹੋਣਗੀਆਂ ਤਾਂ ਉਹ ਬਿਜ਼ਨਸ ਐਕਸਪੈਂਡ ਕਿੱਥਾ ਕਰੇਗਾ? ਅਸੀਂ ਰੋਜ਼ਮਰਾ ਦੀ ਸਰਵਿਸਿਜ਼ ਕਿਸ ਤਰ੍ਹਾਂ ਦੇ ਪਾਣਗੇ ਉਹ ਬਿਜ਼ਨਸਿਸ? ਸੋ ਸਭ ਤੋਂ ਵੱਡਾ ਬੈਨੀਫੀਸ਼ਰੀ ਕੈਨੇਡੀਅਨ ਇਕਨੋਮੀ ਹੈਗੀ ਹੈ, ਕੈਨੇਡੀਅਨ ਬਿਜ਼ਨਸਮੈਨ ਹੈਗਾ। ਐਂਡ ਦੂਸਰੀ ਚੀਜ਼, ਹੁਣ ਜਿਹੜਾ ਫੋਰਨ ਵਰਕਰ ਵੀ ਆ ਰਿਹਾ ਉਹ ਵੀ ਇੱਥੇ ਆ ਕੇ ਹੀ ਇਜ਼ ਮੇਕਿੰਗ ਮਨੀ। ਹੁਣ ਜਿਹੜੇ ਬੱਚੇ ਜਾਂ ਜਿਹੜੇ ਵਰਕਰਸ ਕੈਰੀਬੀਅਨਸ ਤੋਂ ਆਉਂਦੇ ਨੇ ਜਾਂ ਮੈਕਸੀਕੋ ਤੋਂ ਆਉਂਦੇ ਨੇ, ਉਹ ਸੀਜ਼ਨਲ ਵਾਸਤੇ ਆਉਂਦੇ ਨੇ, 4-6 ਮਹੀਨੇ ਵਾਸਤੇ ਕੰਮ ਕਰਨ ਵਾਸਤੇ ਆਏ, ਐਂਡ ਦੇ ਮੇਕ ਸਫੀਸ਼ੀਐਂਟ ਮਨੀ to go back to their country and live on that money for next 4 to 6 months। ਸੋ ਆ ਵੀ ਚੀਜ਼ਾਂ ਹੈਗੀਆਂ। ਹੁਣ ਇੱਕ ਚੀਜ਼ ਹੋਰ ਹੈਗੀ ਹੈ,
ਤਰਨ ਇਹ ਨਹੀਂ ਕਿ ਹਾਈ ਸਕਿਲਡ ਦੇ ਵਿੱਚ ਹੀ ਲੇਬਰ ਵਰਕਰਸ ਆਉਂਦੇ ਨੇ। ਹਰ ਟ੍ਰੇਡ ਦੇ ਵਿੱਚ, ਵਰਕਰਸ ਦੇ ਵਿੱਚ ਕਰੋ, ਕਲੀਨਰਸ ਦੇ ਵਿੱਚ ਕੰਮ ਕਰੋ, ਕੰਸਟਰਕਸ਼ਨ ਇੰਡਸਟਰੀ ਦੇ ਵਿੱਚ, ਲੌਜਿਸਟਿਕਸ ਦੇ ਵਿੱਚ, ਫੂਡ ਐਂਡ ਬੇਵਰੇजेस ਦੇ ਵਿੱਚ, ਹਰ ਇੰਡਸਟਰੀ ਦੇ ਵਿੱਚ ਫੋਰਨ ਵਰਕਰਸ ਆ ਕੇ ਆਪਣਾ ਯੋਗਦਾਨ ਦਿੰਦੇ ਨੇ। ਹੁਣ ਫੋਰਨ ਵਰਕਰਸ ਨੂੰ ਕੀ ਐਡਵਾਂਟੇਜ ਹੈਗਾ? ਇੱਕ ਤਾਂ ਉਹ ਦੇ ਮੇਕਸ ਗੁੱਡ ਮਨੀ। ਦੂਸਰੀ ਚੀਜ਼ ਹੈਗੀ ਹੈ ਕਿ ਇੱਥੇ ਆ ਕੇ ਕੰਮ ਕਰਨ ਤੋਂ ਬਾਅਦ PNP ਵਰਗੀਆਂ ਕਈ ਆਪਸ਼ਨਸ ਉਹਨਾਂ ਵਾਸਤੇ ਖੁੱਲ ਜਾਂਦੀਆਂ ਹੈਗੀਆਂ। ਹੁਣ ਜਿਹੜੇ ਬੱਚੇ ਦੇ ਕੋਲ ਗ੍ਰੇਡ 12 ਹੈਗੀ ਹੈ ਉਹ ਤਾਂ PR ਵਾਸਤੇ ਐਲੀਜੀਬਲ ਹੀ ਨਹੀਂ ਹੋਏਗਾ। ਐਕਸਪ੍ਰੈਸ ਐਂਟਰੀ ਦੇ ਵਿੱਚ ਤਾਂ ਉਹਦੇ ਪੁਆਇੰਟਸ ਹੀ ਕਦੀ ਵੀ ਨਹੀਂ ਬਣਨਗੇ, ਉਹ ਤਾਂ 150-200 ਪੁਆਇੰਟ ਦੇ ਅੰਦਰ ਰਹਿ ਜਾਏਗਾ ਸਾਰਾ, ਈਵਨ ਅੱਛੇ ਬੈਂਡ ਲੈ ਕੇ ਵੀ। ਸੋ PNPs ਦੇ ਅੰਡਰ ਇਹੋ ਜਿਹੇ ਪ੍ਰੋਗਰਾਮਸ ਹੈਗੇ ਨੇ ਜਿਹੜੇ NOC C ਨੂੰ ਵੀ ਪ੍ਰਮੋਟ ਕਰਦੇ ਨੇ, ਕੁਝ NOC D ਨੂੰ ਵੀ ਕਰਦੇ ਨੇ, NOC B ਨੂੰ ਤੇ ਕਰਦੇ ਹੀ ਕਰਦੇ ਨੇ। ਸੋ ਉਹ ਪ੍ਰਮੋਟ ਕਰਕੇ ਉਹ ਬੱਚੇ ਇੱਥੇ ਆ ਕੇ ਆਪਣੇ 1 ਸਾਲ ਕੰਮ ਕਰਨ ਤੋਂ ਬਾਅਦ PR ਵਾਸਤੇ ਉਹਨਾਂ ਦੀ ਐਲੀਜੀਬਿਲਟੀ ਬਣ ਰਹੀ। ਸੋ ਉਹਨਾਂ ਦੀ ਫੈਮਿਲੀ ਵੀ ਉਹਨਾਂ ਨੂੰ ਕੱਲ ਨੂੰ ਜੁਆਇਨ ਕਰ ਸਕਦੀ ਹੈਗੀ ਹੈ। ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਫੈਮਿਲੀ ਵੀ ਜੁਆਇਨ ਕਰ ਸਕਦੀ ਹੈ, ਮੋਸਟਲੀ ਆਪਾਂ ਇਸ ਵਕਤ ਗੱਲ ਕਰ ਰਹੇ ਹਾਂ ਜਿਵੇਂ ਫਾਰਮ ਵਰਕਰਸ ਦੀ ਹੋ ਗਈ ਜਾਂ ਦੂਸਰੇ ਵਰਕਰਸ ਦੀ ਹੋ ਗਈ। ਸੋ ਅਜਿਹੀਆਂ ਜਿਹੜੀਆਂ ਲੋ ਸਕਿਲਡ ਜੌਬਸ ਹੈਗੀਆਂ ਨੇ ਜਾਂ ਨੌਕ ਜਿਹੜੀ ਆਪਾਂ DC ਜਾਂ D ਦੀ ਜੌਬਸ ਹੈਗੀਆਂ ਨੇ, ਇਹਦੇ ਵਿੱਚ PR ਦੇ ਚਾਂਸਸ ਕਿੰਨੇ ਹੋ ਸਕਦੇ ਨੇ? ਤਰਨ ਇਸ ਟਾਈਮ ਤੇ ਪਾਇਲਟ ਪ੍ਰੋਜੈਕਟ ਇਹਨਾਂ ਸਾਰੀਆਂ ਜੌਬਸ ਵਾਸਤੇ ਚੱਲ ਰਹੇ ਨੇ। ਫੈਡਰਲ ਪ੍ਰੋਜੈਕਟਸ ਵੀ ਚੱਲ ਰਹੇ ਨੇ, ਪਾਇਲਟ ਪ੍ਰੋਜੈਕਟਸ, ਐਂਡ ਪ੍ਰੋਵਿੰਸ਼ੀਅਲ ਪਾਇਲਟ ਪ੍ਰੋਜੈਕਟਸ ਵੀ ਚੱਲ ਰਹੇ ਨੇ। ਸੋ ਤੁਹਾਨੂੰ ਯਾਦ ਹੋਏਗਾ Tier 2 PR ਦੇ ਵਿੱਚ ਉਹਨਾਂ ਨੇ ਕਿਹੜੀ ਆਕੂਪੇਸ਼ਨ ਨਹੀਂ ਛੱਡੀ, ਈਵਨ ਕਲੀਨਰਸ, ਕੁਕਸ, ਐਵਰੀ ਆਕੂਪੇਸ਼ਨ, ਲੌਜਿਸਟ, every occupation was part of that list। ਇਸੇ ਤਰ੍ਹਾਂ PNP ਪ੍ਰੋਗਰਾਮਸ ਦੇ ਵਿੱਚ ਇਹ ਸਾਰੇ ਆਕੂਪੇਸ਼ਨਸ ਫਾਲ ਕਰਦੇ ਨੇ। ਸੋ ਇਸ ਟਾਈਮ ਐਗਰੀਕਲਚਰ ਸੈਕਟਰ ਦਾ ਪਾਇਲਟ ਚੱਲ ਰਿਹਾ, ਲੌਜਿਸਟਿਕਸ ਦੇ ਪਾਇਲਟ ਚੱਲ ਰਹੇ ਨੇ, ਕੰਸਟਰਕਸ਼ਨ ਦੇ ਪਾਇਲਟ ਚੱਲ ਰਹੇ ਨੇ, ਹੈਲਥ ਕੇਅਰ ਦੇ ਪਾਇਲਟ ਚੱਲ ਰਹੇ ਨੇ। ਸੋ ਸਾਨੂੰ C&D ਦੇ ਵਾਸਤੇ ਵੀ ਬਿਕੋਜ਼ ਸਾਨੂੰ ਰਿਟੇਨ ਕਰਨਾ ਇਹੋ ਜਿਹੇ ਵਰਕਰਸ ਨੂੰ ਬਹੁਤ ਜ਼ਰੂਰੀ ਹੈਗਾ। ਜੀ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਅੱਛਾ ਸੀਗਾ, ਪੰਜਾਬ ਤੋਂ ਬੋਲ ਰਹੇ ਮੈਡਮ। ਬੇਟੇ ਨੇ ਕੈਨੇਡਾ ਤੋਂ PR ਦੀ ਫਾਈਲ ਲਗਾਈ, ਕਾਫੀ ਦੇਰ ਹੋ ਗਈ ਹੈ ਸੋਰਸ ਸਪਾਂਸਰਸ਼ਿਪ 'ਚ, ਤੇ ਇਹਦੀ 2 ਮਹੀਨੇ ਦੀ ਉਹਦੀ ਅਰਾਈਵਲ ਵੀ ਆ ਚੁੱਕੀ ਹੋਈ ਹੈ। ਤੇ ਹੁਣ ਕਿੰਨੀ ਕੁ ਦੇਰ ਲੱਗੇਗੀ? ਕੋਈ ਇਨਫੋਰਮੇਸ਼ਨ ਬਿਲਕੁਲ ਹੀ ਨਹੀਂ ਦਿੰਦੇ ਤੁਹਾਡੇ ਕੋਲ ਵੈਲਿਡ ਹੈ ਦੱਸੋ ਇਹਦੇ ਬਾਰੇ। ਸਰ 1 ਮਿੰਟ ਲਈ ਹੋਲਡ ਕਰਿਓ, ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ? ਇਹਨਾਂ ਦੇ ਬੇਟੇ ਨੇ ਸਪਾਊਸਲ ਐਪਲੀਕੇਸ਼ਨ ਦੇ ਵਿੱਚ ਫਾਈਲ ਕੀਤਾ ਹੋਇਆ, ਰਾਈਟ? ਜੀ ਬਿਲਕੁਲ। ਕਦੋਂ ਕੀਤਾ ਸੀ ਫਾਈਲ ਜੀ? ਅਕਤੂਬਰ 'ਚ ਕੀਤਾ ਸੀ, ਪਿਛਲੇ ਸਾਲ ਜੀ, ਅਕਤੂਬਰ 2020 ਦੇ ਵਿੱਚ ਕੀਤਾ ਸੀਗਾ ਜੀ। ਜੀ ਆਪਾਂ ਟੀਵੀ ਤੇ ਆਨਸਰ ਦਈਏ? ਤੁਸੀਂ ਟੀਵੀ ਤੇ ਆਨਸਰ ਸੁਣ ਸਕਦੇ ਹੋ ਜੀ। ਪ੍ਰੀ ਅਰਾਈਵਲ ਆ ਚੁੱਕੀ ਆਈ ਸੀ 2 ਮਹੀਨੇ ਹੋ ਗਏ ਜੀ, 19 ਜੂਨ ਨੂੰ ਆ ਗਈ ਸੀ ਪ੍ਰੀ ਅਰਾਈਵਲ ਉਹਦੀ। ਠੀਕ ਹੈ ਜੀ, ਤੁਸੀਂ ਟੀਵੀ ਤੇ ਸੁਣ ਲਓ ਆਨਸਰ ਜੀ, ਤੁਹਾਨੂੰ ਆਨਸਰ ਦੇਣ ਲੱਗੇ ਆ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਆ। ਠੀਕ ਹੈ ਜੀ। ਜੀ ਸਰ। ਤਰਨ ਐਜ਼ ਅ ਮੈਟਰ ਆਫ ਫੈਕਟ ਸਪਾਊਸਲ ਐਪਲੀਕੇਸ਼ਨ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਅਰਾਊਂਡ 12 ਮੰਥਸ ਅਸੀਂ ਐਵਰੇਜ ਲੈ ਕੇ ਚੱਲਦੇ ਹਾਂ। ਪੈਂਡੈਮਿਕ ਦੇ ਵਿੱਚ ਉਹ ਟਾਈਮ ਵਧਿਆ ਹੋਇਆ ਸੀਗਾ। ਸੋ ਹੀ ਇਜ਼ ਵੈਲ ਵਿਦਿਨ ਦਾ ਟਾਈਮ, ਕੋਈ ਅਬਨੋਰਮਲ ਡਿਲੇ ਨਹੀਂ ਹੈਗੀ ਇਹਨਾਂ ਦੇ ਵਿੱਚ। ਹੀ ਇਜ਼ ਵੈਲ ਵਿਦਿਨ ਦਾ ਟਾਈਮ ਐਂਡ ਜਿੱਥੇ ਪ੍ਰੀ ਅਰਾਈਵਲ ਸਰਵਿਸਿਜ਼ ਆ ਚੁੱਕੀਆਂ ਹੈਗੀਆਂ, ਵੈਰੀ ਸੂਨ ਹੀ ਸ਼ੁੱਡ ਬੀ ਗੈਟਿੰਗ ਦਾ ਪਾਸਪੋਰਟ ਰਿਕੁਐਸਟ। ਬਿਲਕੁਲ ਸਰ, ਐਕਚੁਅਲ ਦੇ ਵਿੱਚ ਬਹੁਤੀ ਵਾਰੀ ਆਪਾਂ ਨੂੰ ਕਾਲਸ ਵੀ ਇਹੀ ਆਉਂਦੀਆਂ ਨੇ ਕਿ ਇੰਨਾ ਸਮਾਂ ਹੋ ਗਿਆ ਫਾਈਲ ਲੱਗਿਆ ਇਹਨੂੰ, ਕਿੰਨਾ ਸਮਾਂ ਹੋਰ ਲੱਗ ਸਕਦਾ ਆ। ਸੋ ਸਮੇਂ ਦੇ ਬਾਰੇ ਵਿੱਚ ਹਜੇ ਕੋਈ ਟਾਈਮ ਲਿਮਿਟ ਅਸੀਂ ਨਹੀਂ ਦੱਸ ਸਕਦੇ। ਤਰਨ ਵੈਸੇ ਅੱਜ ਦੀ ਤਰੀਕ ਦੇ ਵਿੱਚ ਵੀਜ਼ਾ ਲੱਗਣੇ ਸ਼ੁਰੂ ਹੋ ਗਏ ਨੇ ਜੀ, ਬਿਲਕੁਲ ਐਬਸੋਲੂਟਲੀ ਪਾਸਪੋਰਟ ਰਿਕੁਐਸਟ ਆਉਣੀਆਂ ਸ਼ੁਰੂ ਹੋ ਗਈਆਂ। ਸੋ ਇਹਨਾਂ ਦੀ ਫਾਈਲ ਕਾਫੀ ਨੇੜੇ ਹੋਣੀ ਚਾਹੀਦੀ ਹੈ ਪਾਸਪੋਰਟ ਵੀਜ਼ਾ ਰਿਕੁਐਸਟ ਤੋਂ। ਸਰ ਫੋਰਨ ਵਰਕਰਸ ਦੀ ਆਪਾਂ ਵਾਪਸ ਆਈਏ, ਕੀ ਸਿਰਫ ਹਾਈਲੀ ਕੁਆਲੀਫਾਈਡ ਹੀ ਲੋਕ ਹੀ ਜਿਹੜੇ ਆ ਜੌਬ ਅਪਰਚੁਨਿਟੀਜ਼ ਇੱਥੇ ਲੱਭ ਸਕਦੇ ਨੇ, ਜਾਂ ਜਿਨ੍ਹਾਂ ਦੇ ਕੋਲ ਜ਼ਿਆਦਾ ਐਜੂਕੇਸ਼ਨ ਨਹੀਂ ਹੈਗੀ ਉਹਨਾਂ ਲਈ ਵੀ ਆਪਸ਼ਨਸ ਅਵੇਲੇਬਲ ਹੈਗੇ ਨੇ ਕੈਨੇਡਾ ਵਿੱਚ? ਤਰਨ ਹਰ ਫੀਲਡ ਦੀ ਜੌਬਸ ਇਸ ਟਾਈਮ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀਆਂ। ਮੈਂ ਇਸ ਲਈ ਪੁੱਛਿਆ ਕਿਉਂਕਿ ਆਮ ਤੌਰ ਤੇ ਸਾਨੂੰ ਬਹੁਤ ਕਾਲਸ ਆਉਂਦੀਆਂ ਨੇ ਕਿ UAE ਜਾਂ ਕੰਟਰੀਜ਼ ਦੇ ਵਿੱਚ ਸਾਡੇ ਕੋਲ ਡਰਾਈਵਿੰਗ ਦੇ ਲਾਇਸੈਂਸ ਹੈਗੇ ਨੇ, ਸਾਡੇ ਕੋਲ ਹੈਵੀ ਡਰਾਈਵਿੰਗ ਲਾਇਸੈਂਸ ਹੈਗੇ ਨੇ, ਅਸੀਂ ਕੈਨੇਡਾ ਵਿੱਚ ਆਪਣਾ ਜੇ ਸਕੋਪ ਦੇਖੀਏ ਤਾਂ ਕੀ ਅਸੀਂ ਕਰ ਸਕਦੇ ਹਾਂ? ਸਾਡੀ ਗ੍ਰੈਜੂਏਸ਼ਨ ਵੀ ਨਹੀਂ ਪੂਰੀ ਹੋਈ ਹੈਗੀ, +2 ਅਸੀਂ ਪਾਸ ਹਾਂ, IELTS 'ਚ ਸਾਡੇ ਘੱਟ ਬੈਂਡ ਨੇ। ਸੋ ਕੀ ਆਪਸ਼ਨਸ ਹੋ ਸਕਦੇ ਨੇ? ਬਿਲਕੁਲ ਤਰਨ, ਉਹ ਇੱਥੇ ਆ ਕੇ ਕੰਮ ਕਰ ਸਕਦੇ ਨੇ EMPLOYER ਦੇ ਨਾਲ, ਪ੍ਰੋਵਾਈਡਡ ਉਹਨਾਂ ਦੇ ਕੋਲ ਉਹਨਾਂ ਦਾ ਕੋਈ EMPLOYER ਮਿਲ ਜਾਵੇ ਜਿਹੜਾ ਉਹਨਾਂ ਨੂੰ ਹਾਇਰ ਕਰਨ ਵਾਸਤੇ ਤਿਆਰ ਹੈ। ਹੁਣ EMPLOYER ਦੀ ਵੀ ਕੁਝ ਇੱਕ ਰਿਕੁਆਇਰਮੈਂਟਸ ਹੈਗੀਆਂ। EMPLOYER ਨੇ LMIA ਵਾਸਤੇ ਅਪਲਾਈ ਕਰਨਾ ESDC ਦੇ ਕੋਲ। ਸਭ ਤੋਂ ਪਹਿਲਾਂ ਤਾਂ ਉਹਨੇ ਆਪਣੀ ਜੌਬ ਜਿਹੜੀ ਹੈਗੀ ਉਹ ਐਡਵਰਟਾਈਜ਼ ਕਰਨੀ ਹੈ 1 ਮਹੀਨਾ ਘੱਟੋ ਘੱਟ, 4 ਵੀਕਸ 28 ਦਿਨ ਉਹ ਜੌਬ ਐਡਵਰਟਾਈਜ਼ ਹੋਣੀ ਚਾਹੀਦੀ ਹੈ। ਉਹ ਐਡਵਰਟਾਈਜ਼ਮੈਂਟ ਹੋਣ ਤੋਂ ਬਾਅਦ ਉਹਨੇ ਕੱਲੀ ਜੌਬ ਬੈਂਕ ਦੇ ਉੱਤੇ ਨਹੀਂ ਕਰਨੀ, ਇੰਡੀਜਨਸ ਵੈਬਸਾਈਟਸ ਤੇ ਵੀ ਕਰਨੀਆਂ ਹੈਗੀਆਂ, ਨਿਊ ਕਮਰ ਵੈਬਸਾਈਟਸ ਤੇ ਵੀ ਕਰਨੀਆਂ ਹੈਗੀਆਂ, ਐਂਡ ਜੇ ਲੋ ਸਕਿਲ ਜੌਬ ਹੈਗੀ ਹੈ ਤੇ 2 ਹੋਰ ਵੈਬਸਾਈਟਸ ਤੇ ਉਹਨੇ ਐਡਵਰਟਾਈਜ਼ ਕਰਨਾ ਹੈਗਾ। ਉਸ ਤੋਂ ਬਾਅਦ ਜਿਹੜੀਆਂ ਉਹਨੂੰ ਰਿਸਪੌਂਸ ਆਏਗਾ, ਸਪੋਜ਼ 50 ਬੰਦਿਆਂ ਨੇ ਅਪਲਾਈ ਕੀਤਾ ਤੇ ਉਹਨੇ 50 ਦੇ ਵਿੱਚ ਇੰਟਰਵਿਊ ਕਰਨਾ ਹੈਗਾ, ਪਿਕ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਮੈਂ ਸੂਟੇਬਲ ਕੈਂਡੀਡੇਟ ਸਿਲੈਕਟ ਕਰ ਲਵਾਂ ਇਹਨਾਂ ਦੇ ਵਿੱਚ। ਇਨ ਕੇਸ ਉਹ ਸੂਟੇਬਲ ਕੈਂਡੀਡੇਟ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਬਿਜ਼ਨਸ ਵਾਸਤੇ ਕੋਈ ਵੀ ਢੁਕਵਾਂ ਕੈਂਡੀਡੇਟ ਨਹੀਂ ਮਿਲਿਆ,
ਤੇ ਜੇ ਕੋਈ ਆਊਟ ਆਫ ਕੈਨੇਡਾ ਐਪਲੀਕੈਂਟ ਹੈਗਾ ਹੈ ਤੇ ਉਹ ਉਹਨੂੰ ਪਿਕ ਕਰਨ ਵਾਸਤੇ ਪਿਕ ਕਰ ਸਕਦਾ ਹੈਗਾ, ਬਟ ਉਹਦੇ ਵਾਸਤੇ ਉਹਨੂੰ HRSDC ਆਫੀਸਰ ਦੇ ESDC ਆਫੀਸਰ ਨੂੰ ਆਨਸਰ ਕਰਨ ਵਾਸਤੇ ਤਿਆਰ ਹੋਣਾ ਚਾਹੀਦਾ ਕਿ ਵਾਟ ਇਜ਼ ਦਾ ਪਰਟੀਕੂਲਰ ਰੀਜ਼ਨ ਮੈਂ ਇਸ ਪਰਟੀਕੂਲਰ ਕੈਂਡੀਡੇਟ ਨੂੰ ਪਿਕ ਕਰ ਰਿਹਾ। ਜਦੋਂ ਵੀ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ, ਕੋਈ ਜੌਬ ਪੋਸਟ ਕਰਦੇ ਹੈਗੇ ਹੋ, ਤੇ ਤੁਸੀਂ ਆਪਣੀ ਕੰਡੀਸ਼ਨਸ ਲਿਖ ਲੈਂਦੇ ਹੋ, ਆ ਰਿਕੁਆਇਰਮੈਂਟਸ ਹੈਗੀਆਂ ਮੈਨੂੰ ਜਿਹੜੇ ਕੈਂਡੀਡੇਟ ਦੇ ਵਿੱਚ ਹੋਣੀਆਂ ਚਾਹੀਦੀਆਂ। ਹੁਣ ਜਿਹੜਾ ਜੌਬ ਬੈਂਕ ਹੈਗਾ ਉਹ ਵੀ ਜੌਬ ਮੈਚ ਕਰਦਾ ਹੈਗਾ, ਸੋ ਜਿੰਨੇ ਐਪਲੀਕੈਂਟਸ ਅਪਲਾਈ ਕਰਨਗੇ ਕਿਸੇ ਦੀ ਜੌਬ ਪੋਸਟ ਜਿਹੜੀ ਤੁਹਾਡੀ ਮੈਚ ਹੁੰਦੀ 100% ਹੋਏਗੀ, ਕਿਸੇ 80% ਹੋਏਗੀ, ਕਿਸੇ 20% ਹੋਏਗੀ, ਕਿਸੇ ਦੀ 10% ਹੋਏਗੀ। ਸੋ ਉੱਪਰ ਵਾਲੇ ਐਪਲੀਕੈਂਟਸ ਨੂੰ ਤੁਸੀਂ ਮੈਚ ਕਰਕੇ ਦੇਖਣਾ ਹੈ ਕਿ ਕਿਹੜਾ ਢੁਕਵਾਂ ਤੁਹਾਡੇ ਕੈਂਡੀਡੇਟ ਤੁਹਾਡੇ ਵਾਸਤੇ ਬਣ ਸਕਦਾ। ਜੇ ਨਹੀਂ ਬਣਦਾ ਤੇ ਤੁਸੀਂ ਫੋਰਨ ਵਰਕਰ ਦੀ ਸਿਲੈਕਟ ਕਰ ਸਕਦੇ ਆ, ਉਹਦੇ ਵਾਸਤੇ ਤੁਸੀਂ ਪੁੱਟ ਅਪ ਕਰ ਸਕਦੇ ਹੋ ਕਿ ਭਾਈ ਦਿਸ ਇਜ਼ ਦਾ ਰੀਜ਼ਨ ਆਈ ਡਿਡ ਨਾਟ ਫਾਈਂਡ ਐਨੀ ਲੋਕਲ ਕੈਂਡੀਡੇਟ, ਸੋ ਦਿਸ ਇਜ਼ ਦਾ ਵਨ ਕੈਂਡੀਡੇਟ ਆਈ ਹੈਵ, तो ਇਹਦੇ ਵਾਸਤੇ ਅਪਰੂਵ ਕਰਕੇ ਦਿਓ। ਸੋ ਆਫੀਸਰ ਤੁਹਾਨੂੰ 2-4 ਕੁਐਸਚਨਸ ਪੁੱਛਦਾ ਹੈਗਾ ਕਿ ਪਾਰਟਿਕੂਲਰਲੀ ਕਿਉਂ ਰੀਜ਼ਨ ਸੀਗੇ, ਐਂਡ ਫਿਰ ਉਹ ਤੁਹਾਨੂੰ ਅਪਰੂਵ ਕਰਕੇ ਦੇ ਦਿੰਦਾ ਹੈਗਾ LMIA। ਸੋ LMIA ਅਪਰੂਵ ਕਰਕੇ ਉਹ ਦੇਣ ਵਾਸਤੇ ਦੇਖਦਾ ਹੈਗਾ ਕਿ ਉਸ ਏਰੀਆ ਦੇ ਵਿੱਚ ਉਸ ਟਾਈਮ ਤੇ ਕਿੰਨੇ ਇਹੋ ਜਿਹੇ ਐਪਲੀਕੈਂਟਸ ਹੈਗੇ ਨੇ ਜਿਹੜੇ ਲੋਕਲ EI ਦੇ ਉੱਤੇ ਬੈਠੇ ਹੋਏ ਨੇ, ਸਰਕਾਰ ਤੋਂ ਪੈਸਾ ਲੈ ਰਹੇ ਨੇ, ਸੋ ਉਹਨਾਂ ਨੂੰ ਵੀ ਜਸਟੀਫਾਈ ਕਰਨਾ ਆਪਣੀ ਜੌਬ ਨੂੰ HRSDC ਆਫੀਸਰ ਨੇ। ਇੱਕ ਵਾਰੀ LMIA ਪੋਜ਼ਿਟਿਵ ਆ ਗਿਆ, ਉਸ ਤੋਂ ਬਾਅਦ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗ ਜਾਂਦੀ ਹੈ ਜਿੱਥੇ ਵੀ ਐਪਲੀਕੈਂਟ ਬੈਠਾ। ਸੋ ਇੰਡੀਆ ਦੇ ਵਿੱਚ ਹੈਗਾ, ਪਾਕਿਸਤਾਨ ਦੇ ਵਿੱਚ ਹੈਗਾ, ਮਿਡਲ ਈਸਟ ਦੇ ਵਿੱਚ ਹੈਗਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਤੇ ਵੀ ਬੈਠਾ ਹੈ ਤੇ ਉਹ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗ ਜਾਂਦੀ ਹੈ ਉੱਥੇ। ਅੱਜ ਦਾ ਤਕਰੀਬਨ ਦਾ ਪ੍ਰੋਸੈਸਿੰਗ ਟਾਈਮ 4 ਤੋਂ 6 ਮਹੀਨਿਆਂ ਦਾ ਚੱਲ ਰਿਹਾ। ਹੁਣ ਜਿਹੜੇ ਲਾਸਟ ਈਅਰ ਦੇ ਬੈਕਲੌਗ ਸੀਗੇ ਉਹ ਹੁਣ ਖਤਮ ਆਣੇ ਸ਼ੁਰੂ ਹੋਏ ਨੇ। ਲਾਸਟ ਈਅਰ ਅਕਤੂਬਰ ਨਵੰਬਰ ਦੀ ਐਪਲੀਕੇਸ਼ਨਸ ਹੁਣ ਡੀਲ ਕਰ ਰਹੇ ਨੇ ਆਫੀਸਰ ਇਸ ਟਾਈਮ ਤੇ ਕਰਨ। ਤੇ ਸਰ ਉਂਝ ਅਮੂਮਨ ਜੇ ਗੱਲ ਕਰੀਏ ਪੈਂਡੈਮਿਕ ਦੀ ਸਿਚੁਏਸ਼ਨ ਨਾ ਹੋਵੇ ਤਾਂ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਨੂੰ ਕਿੰਨਾ ਸਮਾਂ ਲੱਗ ਜਾਂਦਾ ਹੈ? ਤਕਰੀਬਨ ਤਰਨ ਜੀ 2 ਤੋਂ 4 ਮਹੀਨੇ ਦਾ ਟਾਈਮ ਲੱਗਦਾ ਹੈਗਾ ਵਰਕ ਪਰਮਿਟ ਦੀ ਐਪਲੀਕੇਸ਼ਨ ਪ੍ਰੋਸੈਸ ਹੋਣ ਦੇ ਵਿੱਚ, ਬਿਕੋਜ਼ ਆਫੀਸਰ ਨੇ ਉੱਥੇ ਜੌਬ ਦੇਖਣੀ ਹੈ। ਜਿਹੜਾ ਜਦੋਂ ਵੀਜ਼ਾ ਆਫੀਸਰ ਦੇ ਕੋਲ ਐਪਲੀਕੇਸ਼ਨ ਚਲੇਗੀ, ਵੀਜ਼ਾ ਪੋਸਟ ਦੇ ਉੱਤੇ ਵੀਜ਼ਾ ਚਲੀ ਗਈ, ਉੱਥੇ ਆਫੀਸਰ ਨੇ ਦੇਖਣਾ ਕਿ ਜਿਹੜੀ ਜੌਬ ਇਹਨਾਂ ਨੇ ਮੈਂਸ਼ਨ ਕੀਤੀ ਸੀ ਉੱਥੇ ਜੌਬ ਕਰ ਵੀ ਰਿਹਾ, ਉਹ ਵੈਰੀਫਾਈ ਕਰਨੀ ਹੈ, ਜੌਬ ਡਿਊਟੀਜ਼ ਦੇਖਣੀ ਹੈ, ਐਂਡ ਆ ਜੌਬ ਨੂੰ ਫੁੱਲਫਿਲ ਕਰ ਸਕਣਗੇ, ਲੈਂਗੁਏਜ ਸਕਿੱਲਸ ਹੈਗੀਆਂ ਕਿ ਨਹੀਂ ਹੈਗੀਆਂ, ਉਹ ਸਾਰੀਆਂ ਚੀਜ਼ਾਂ ਮੈਚ ਕਰਨ ਤੋਂ ਬਾਅਦ ਉਹਨੇ ਇੰਟਰਵਿਊ ਕਾਲ ਕਰ ਦੇਣਾ ਚਾਹੀਦਾ। ਗੱਲ ਕਰ ਰਹੇ ਹਾਂ ਜੀ, ਸਾਡੇ ਨਾਲ ਦਰਸ਼ਕ ਜੁੜ ਗਏ ਨੇ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਰਪਟਨ ਤੋਂ ਬੋਲਦਾ ਜੀ ਦੱਸੋ ਜੀ, ਕੀ ਸਵਾਲ ਹੈ? ਹਾਂਜੀ, ਤੇ ਮੈਂ ਨਾ ਸਾਡੇ ਆਪਣੇ ਫੈਮਿਲੀ ਦੇ ਜਿੱਦਾਂ ਆਪਾਂ ਸਾਡੇ ਬੇਟੇ ਨੇ ਅਪਲਾਈ ਕੀਤਾ ਸੀ, ਸਾਡਾ ਲਾਟਰੀ ਸਿਸਟਮ ਵਿੱਚ ਨਿਕਲੇ ਸੀ ਕਾਗਜ਼ੀ। ਓਕੇ। 2017 ਵਿੱਚ ਜੀ। ਤੇ 17 ਵਿੱਚ ਸਾਡਾ 18 ਚ ਮੈਡੀਕਲ ਹੋ ਗਿਆ ਸੀਗਾ ਜੀ, ਮਿਸਿਸ ਦਾ ਤੇ ਮੇਰਾ ਜੀ। ਓਕੇ। ਤੇ 18 ਚ ਮੁੜ ਕੇ 19 ਚ ਮੇਰੇ ਮਿਸਿਸ ਦਾ ਮੈਡੀਕਲ ਤੋਂ ਪਹਿਲੋਂ ਨਹੀਂ ਸੀ ਹੋਇਆ, ਦੁਬਾਰਾ ਫਿਰ ਇੱਥੇ ਜਦੋਂ ਇੱਥੇ ਆ ਗਏ ਸੁਪਰ ਵੀ ਜਿੱਥੇ ਇੱਥੇ ਆਏ ਆ ਆਪਣੇ ਬਰਪਟਨ ਜੀ। ਤੇ ਉਹ ਮੁੜ ਕੇ ਸਾਡਾ ਕੋਈ ਨਹੀਂ ਮੰਗਿਆ। ਹੁਣ ਮੈਂ ਪੁਲਿਸ ਅਫਸਰ ਸੀ ਉੱਥੇ ਜੀ, ਤੇ ਸਾਡਾ ਪੁਲਿਸ ਅਫਸਰ ਦਾ ਰਿਕਾਰਡ ਮੰਗਿਆ ਸੀ ਇਹਨਾਂ ਨੇ ਮਾਰਚ 21 ਜੀ। ਉਸ ਤੋਂ ਬਾਅਦ ਨਹੀਂ ਸਾਡਾ ਕੁਝ ਪਤਾ ਲੱਗਾ ਫਾਇਲ ਦਾ ਵੀ ਕੀ ਹੋਇਆ। 17 ਦੇ ਸਾਡੇ ਕਾਗਜ਼ ਲਾਟਰੀ ਸਿਸਟਮ ਨਿਕਲੇ ਸੀਗੇ ਜੀ। ਆਪਾਂ ਟੀਵੀ ਤੇ ਆਨਸਰ ਦੇਈਏ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ। ਥੈਂਕ ਯੂ। ਓਕੇ ਜੀ, ਨੈਕਸਟ ਕਾਲਰ ਵੀ ਸਰ ਜੁੜ ਗਏ ਨੇ, ਉਹਨਾਂ ਦੀ ਵੀ ਕਾਲ ਲੈ ਲਈਏ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਹਾਂਜੀ, ਅਸੀਂ ਇੱਥੇ ਬੋਲਦੇ ਬ੍ਰਾਂਪਟਨ ਤੋਂ ਹੀ। ਹਾਂਜੀ ਦੱਸੋ ਜੀ, ਕੀ ਸਵਾਲ ਹੈ? ਪੁੱਛਣਾ ਸੀਗਾ ਵੀ PR ਕਾਰਡ ਦੀ ਨਾ ਮਿਆਦ 6 ਮਹੀਨੇ ਦੀ ਰਹਿੰਦੀ ਆ, ਵੀ ਇੰਡੀਆ ਜਾ ਸਕਦੇ ਆ ਵੀ ਕਿ ਹੋਰ ਲਵਾਉਣਾ ਪਊਗਾ, ਉਹਦਾ ਵਧਾਉਣਾ ਪਊ ਟਾਈਮ? ਜੀ 1 ਮਿੰਟ ਲਈ ਹੋਲਡ ਕਰਿਓ ਸਰ, ਆਪਾਂ ਆਨਸਰ ਦੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਜੇ ਵਧਾਉਣਾ ਪਊ ਤਾਂ ਵੀ ਜੇ ਨਹੀਂ ਵਧਾਉਣਾ ਪਊਗਾ ਵੀ ਉੱਥੇ ਜੇ ਵੱਧ ਵੀ ਟਾਈਮ ਲੱਗ ਸਕਦਾ ਕਿ ਪਿਛਲੇ ਹੀ ਨਹੀਂ ਹੁਣ ਥਾਈ ਆਏ, ਵੀ ਕੋਈ ਡਰ ਤਾਂ ਨਹੀਂ ਹੈਗਾ? ਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਥੈਂਕ ਯੂ ਤੁਹਾਡਾ। ਨੈਕਸਟ ਕਾਲਰ ਜੁੜ ਗਏ ਨੇ, ਅਸੀਂ ਉਹਨਾਂ ਦੀ ਵੀ ਕਾਲ ਲੈ ਲਈਏ। ਸੋ ਆਪਣੀ ਸਰਵਰ ਟੀਮ ਨੂੰ ਕਵਾਂਗੇ ਕਿ ਕਰਕੇ ਕਾਲਸ ਨਾਲ ਦੀ ਨਾਲ ਫਾਰਵਰਡ ਕੀਤੀਆਂ ਜਾਣ। ਪਹਿਲਾਂ ਸਰ ਆਪਾਂ ਇਹਨਾਂ ਦਾ ਆਨਸਰ ਦੇ ਦਈਏ। ਬ੍ਰੈਂਪਟਨ ਵਾਲਿਆਂ ਦਾ ਜਿਨ੍ਹਾਂ ਨੇ ਕਿਹਾ ਕਿ ਲੋਟਰੀ ਸਿਸਟਮ 'ਚ ਫਾਈਲ ਲੱਗੀ ਸੀ। ਤਰਨ ਕੁਝ ਇੱਕ ਆਕੂਪੇਸ਼ਨਸ ਇਹੋ ਜਿਹੇ ਹੁੰਦੇ ਨੇ ਜਿੱਥੇ ਮਾਪਿਓ ਨੇ ਜਾਂ ਐਪਲੀਕੈਂਟ ਨੇ ਜਿਸ ਫੀਲਡ ਦੇ ਵਿੱਚ ਕੰਮ ਕੀਤਾ ਹੋਵੇ ਨਾ, ਜੇ ਆਫੀਸਰ ਨੂੰ ਲੱਗੇ ਕਿ ਉਸ ਡਿਊਰੇਸ਼ਨ ਦੇ ਵਿੱਚ ਉਹਨਾਂ ਨੇ ਕਿਹੜੀ ਪੋਸਟਿੰਗਸ ਲਿੱਤੀਆਂ ਸੀਗੀਆਂ, ਉਹ ਕੋਈ ਕਰਪਸ਼ਨ ਦੇ ਵਿੱਚ ਕੋਈ ਐਟਰੋਸਿਟੀਜ਼ ਦੇ ਵਿੱਚ ਇਨਵੋਲਵ ਤਾਂ ਨਹੀਂ ਸੀਗੇ, ਸੋ ਉਹਦੇ ਵਾਸਤੇ ਉਹ ਸਾਰੀ ਕਲੈਰੀਫਿਕੇਸ਼ਨ ਮੰਗ ਰਿਹਾ ਹੈਗਾ। ਸੋ ਪੁਲਿਸ ਆਫੀਸਰ ਹੋਵੇ, ਆਰਮੀ ਆਫੀਸਰ ਹੋਵੇ, ਜੇ ਇਹੋ ਜਿਹੀਆਂ ਸਰਵਿਸਿਜ਼ ਕੀਤੀਆਂ ਹੋਈਆਂ ਤੇ ਆਫੀਸਰ ਇਹ ਰੂਟੀਨ ਦੇ ਵਿੱਚ ਇਹੋ ਜਿਹੀ ਚੀਜ਼ਾਂ ਇਨਫੋਰਮੇਸ਼ਨ ਗੈਦਰ ਕਰਨਾ ਚਾਹੁੰਦੇ ਨੇ ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗੇ ਕਿ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਕੀਤੀ ਹੋਈ ਜਿਹੜੀ ਨਹੀਂ ਹੋਣੀ ਚਾਹੀਦੀ ਸੀਗੀ। ਸੋ ਉਹ ਜਸਟੀਫਿਕੇਸ਼ਨ ਵਾਸਤੇ ਇਹਨਾਂ ਦੀ ਫਾਈਲ ਲੁਕੀ ਹੋਈ ਹੈ, ਉਹ
ਵੈਰੀਫਿਕੇਸ਼ਨ ਵਾਸਤੇ ਰੁਕੀ ਹੋਈ ਹੈ ਐਂਡ ਇਟ ਸ਼ੁੱਡ ਬੀ ਓਕੇ। ਸਰ ਸਮਟਾਈਮਸ ਇਦਾਂ ਹੁੰਦਾ ਕਿ ਜੇ ਆਫੀਸਰ ਪੇਪਰ ਜ਼ਿਆਦਾ ਮੰਗ ਲਵੇ ਤੇ ਇਹ ਦਿਮਾਗ ਦੇ ਵਿੱਚ ਆ ਜਾਂਦਾ ਕਿ ਇੰਨੀ ਜ਼ਿਆਦਾ ਇਨਕੁਆਇਰੀ ਕਿਉਂ ਹੋ ਰਹੀ ਹੈ, ਨੈਗੇਟਿਵ ਅਸਰ ਜ਼ਿਆਦਾ ਆਉਂਦਾ ਕਿ ਇਹ ਅਮੂਮਨ ਨੈਚੁਰਲ ਹੈ ਕਿ ਮੰਗੇ ਜਾ ਤਰਨ ਸਕਦੇ। ਖਾਸ ਕਰ ਪੁਲਿਸ ਦੀ ਜੌਬਸ ਦੇ ਵਿੱਚ ਐਂਡ ਆਰਮੀ ਦੀ ਮਿਲਟਰੀ ਦੀ ਜੌਬਸ ਇਹੋ ਜਿਹੀਆਂ ਹੋਣ, ਕਿਸੇ ਨੇ ਵਾਰ ਦੇ ਵਿੱਚ ਲਿੱਤਾ ਹੋਇਆ ਤੇ ਉਹ ਉਸ ਨੂੰ ਉਹ ਜਸਟੀਫਾਈ ਕਰਨਾ ਆਫੀਸਰ ਦੀ ਰਾਈਟ ਹੈਗਾ। ਜੀ ਬਿਲਕੁਲ। ਨੈਕਸਟ ਸੀਗਾ ਜਿਨ੍ਹਾਂ ਨੇ ਪੀਆਰ ਕਾਰਡ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਸੀ। ਹਾਂਜੀ 6 ਮਹੀਨੇ ਦੇ ਵਿੱਚ ਜੇ ਜਾ ਕੇ ਤੁਸੀਂ ਵਾਪਸ ਆਣਾ ਹੈ ਤੇ ਦੈਟ ਸ਼ੁੱਡ ਬੀ ਓਕੇ, ਅਦਰਵਾਈਜ਼ 6 ਮਹੀਨੇ ਦੇ ਅੰਦਰ ਤੁਸੀਂ ਆਪਣਾ ਪੀਆਰ ਕਾਰਡ ਰਿਨਿਊ ਵੀ ਐਪਲੀਕੇਸ਼ਨ ਲਗਾ ਸਕਦੇ ਹੋ ਜੇ 6 ਮਹੀਨੇ ਰਹਿ ਗਏ ਤੇ, ਕਿਉਂਕਿ ਜੇ ਹੋ ਸਕਦਾ ਤੁਹਾਨੂੰ ਟਾਈਮ ਜ਼ਿਆਦਾ ਲੱਗ ਜਾਵੇ ਤੇ ਇਟ ਵਿਲ ਬੀ ਚੈਲੰਜ। ਇਨ ਕੇਸ ਤੁਸੀਂ ਇੰਡੀਆ ਜਾ ਕੇ ਤੁਹਾਡਾ ਪੀਆਰ ਕਾਰਡ ਐਕਸਪਾਇਰ ਹੋ ਜਾਂਦਾ ਤਾਂ ਵੀ ਤੁਸੀਂ ਟਰੈਵਲ ਡਾਕੂਮੈਂਟ ਤੇ ਵਾਪਸ ਟਰੈਵਲ ਕਰ ਸਕਦੇ ਹੋ ਉੱਥੇ ਲੈ ਕੇ। ਜੀ ਬਿਲਕੁਲ। ਤੇ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਤਰਨ ਜੀ ਮੇਰਾ ਕੁਐਸਚਨ ਆ ਵੀ ਜਿਹੜੇ ਆਪਣਾ ਬਚਿਆ ਹੋਇਆ ਟੀਆਰ 2 ਪੀਆਰ ਦੇ ਵਿੱਚ ਹੈਲਥ ਵਰਕਰ ਨੇ ਨਾ ਇਕੱਲੇ, ਜਿਹਦੇ ਚ ਲਾਉਣੇ ਆਪਾਂ ਫਾਈਲ, ਨੈਣੀ ਨੇ ਲਾਉਣੀ ਆ ਫਾਈਲ ਜਿਹਦੇ ਚ ਜੀ, ਤੇ ਉਹਦੇ ਚ ਵੈਕੈਂਸੀਜ਼ ਕਿੰਨੀਆਂ ਕੁ ਫਿਲ ਹੋ ਗਈਆਂ, ਕਿੰਨੀਆਂ ਰਹਿੰਦੀਆਂ ਨੇ ਜੀ? ਕਿੰਨੀਆਂ ਫਾਈਲਸ ਹੋ ਗਈਆਂ ਨੇ? ਨੰਬਰਸ ਮੇਰੇ ਕੋਲ ਐਗਜ਼ੈਕਟ ਨੰਬਰਸ ਨਹੀਂ ਹੈਗੇ ਜੀ, ਬਟ ਹਲੇ ਫਾਈਲਸ ਲਿੱਤੀਆਂ ਜਾ ਰਹੀਆਂ ਜੀ। ਜੀ ਕੋਈ ਆਈਡੀਆ ਹੈਗਾ ਜੀ, ਕੋਈ ਅੰਦਾਜ਼ਾ? ਆਫਿਸ ਕਾਲ ਕਰਕੇ ਲੈ ਸਕਦੇ ਹੋ ਤੁਸੀਂ। ਆਈਸੀਸੀ ਇਮੀਗ੍ਰੇਸ਼ਨ ਦੇ ਆਫਿਸ ਦਾ ਨੰਬਰ ਨੀਚੇ ਦਿੱਤਾ ਹੋਇਆ ਵਾ, ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇੱਥੇ ਕਾਲ ਕਰਕੇ ਪਤਾ ਕਰ ਸਕਦੇ ਹੋ। ਥੈਂਕ ਯੂ ਜੀ, ਤੁਸੀਂ ਕਾਲ ਕੀਤੀ ਆ। ਠੀਕ ਹੈ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਰ ਆਪਾਂ ਗੱਲਬਾਤ ਕਰ ਰਹੇ ਸੀਗੇ ਫੋਰਨ ਵਰਕਰਸ ਦੀ, ਸੋ ਸਮੇਂ ਦੀ ਗੱਲ ਕਰ ਰਹੇ ਸੀ ਕਿ ਕਿੰਨਾ ਸਮਾਂ ਜਿਹੜਾ ਲੱਗ ਸਕਦਾ ਹੈ। ਤਰਨ ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਹੁੰਦਾ ਉਹ 3 to 4 ਵੀਕਸ ਦਾ 3 to 4 ਮੰਥਸ ਦਾ ਹੈਗਾ ਆਫਿਸਰ ਨੂੰ ਸਾਰੀ ਇੰਟਰਵਿਊ ਵਗੈਰਾ ਕਰਨ ਤੇ ਵੀਜ਼ਾ ਗ੍ਰਾਂਟਿੰਗ ਦੇ ਵਿੱਚ। ਸੋ ਬਟ ਅੱਜ ਦੀ ਤਰੀਕ ਦੇ ਵਿੱਚ ਟਾਈਮ ਥੋੜਾ ਵਧਿਆ ਹੋਇਆ। ਹੁਣ ਅੱਜ ਦੀ ਤਰੀਕ ਦੇ ਵਿੱਚ ਲਾਸਟ ਅਕਤੂਬਰ 2021 ਦੀਆਂ ਤੇ ਨਵੰਬਰ 2020 ਦੀਆਂ ਫਾਈਲਸ ਦੇ ਉੱਤੇ ਕੰਮ ਇਸ ਟਾਈਮ ਤੇ ਹੋ ਰਿਹਾ। ਸਰ ਵੈਸੇ ਜਿਵੇਂ ਜੌਬ ਬੈਂਕ ਦੀ ਗੱਲ ਕੀਤੀ ਹੈ, ਜੇਕਰ ਉੱਥੋਂ ਕੋਈ ਬੈਠਾ ਕਿਸੇ ਦੀ ਜੌਬ ਆਪਣੇ ਲਈ ਦੇਖਣਾ ਚਾਹੁੰਦਾ ਹੈ ਤੇ ਕਿੱਥੇ ਆਪਸ਼ਨਸ ਹੋ ਸਕਦੇ ਆ, ਜਾਂ ਇਹ ਚੈੱਕ ਕਰਨਾ ਹੋਵੇ ਕਿ ਜਿਹੜੀ ਜੌਬ ਹੈਗੀ ਹੈ ਕਿ ਇਹ ਕੋਈ ਫਰਾਡ ਤਾਂ ਨਹੀਂ ਹੈਗਾ, ਫਿਰ ਕਿੱਥੇ ਦੇਖਿਆ ਜਾ ਸਕਦਾ ਆ? ਤਰਨ ਬੇਸਿਕਲੀ ਜੌਬ ਕੈਨੇਡੀਅਨ ਜੌਬ ਬੈਂਕਸ ਜਿਹੜਾ ਹੈਗਾ ਉੱਥੇ ਐਪਲੀਕੇਸ਼ਨਸ ਲਗਾ ਸਕਦੇ। ਕੋਈ ਵੀ ਫੋਰਨ ਵਰਕਰ ਇੰਡੀਆ ਦੇ ਵਿੱਚ ਬੈਠਾ ਹੈ, ਕਿਸੇ ਹੋਰ ਕੰਟਰੀ ਦੇ ਵਿੱਚ ਬੈਠਾ ਹੈ, ਜੇ ਉਹਨਾਂ ਨੂੰ ਜੌਬ ਬੈਂਕ ਦੇ ਵਿੱਚ ਆਪਣੇ ਜੌਬ ਨਜ਼ਰ ਆਉਂਦੀ ਹੈ ਤੇ ਹੀ ਕੈਨ ਡੈਫੀਨਿਟਲੀ ਪੁੱਟ ਅਪ ਹਿਸ ਐਪਲੀਕੇਸ਼ਨ ਐਂਡ ਉਹ ਕਾਫੀ ਸਾਰੀਆਂ ਐਪਲੀਕੇਸ਼ਨਸ ਪਿਕ ਵੀ ਹੁੰਦੀਆਂ ਹੈਗੀਆਂ, ਬਿਕੋਜ਼ ਸਾਨੂੰ ਕਾਫੀ ਸਾਰੇ ਇੰਪਲੋਇਰਸ ਅਪਰੋਚ ਕਰਦੇ ਨੇ ਕਿ ਅਸੀਂ ਕੈਂਡੀਡੇਟ ਸਿਲੈਕਟ ਕੀਤਾ ਤੇ ਸਾਡੇ ਡਾਕੂਮੈਂਟਸ ਹੈਗੇ ਨੇ, ਸਾਡੀ LMIA ਦੀ ਐਪਲੀਕੇਸ਼ਨ ਪ੍ਰੋਸੈਸ ਕਰ ਦਿਓ ਐਂਡ ਬਾਅਦ ਚੋਂ ਵਰਕ ਪਰਮਿਟ ਦੀ ਐਪਲੀਕੇਸ਼ਨ ਸਾਡੇ ਕੈਂਡੀਡੇਟ ਦੀ ਪ੍ਰੋਸੈਸ ਕਰ ਦਿਓ। ਸੋ ਇੰਪਲੋਇਰਸ ਪੇ ਫॉर ਇਟ। ਸੋ ਐਬਸੋਲੂਟਲੀ ਦਿਸ ਇਜ਼ ਅ ਰੂਟੀਨ ਥਿੰਗ। ਸੋ ਐਪਲੀਕੈਂਟ ਜੌਬ ਬੈਂਕ ਦੀ ਵੈਬਸਾਈਟ ਤੇ ਜਾ ਕੇ ਐਪਲੀਕੇਸ਼ਨ ਆਪਣੇ CVs ਆਪਣੇ ਰੈਜ਼ੂਮੇਜ਼ ਪੁੱਟ ਅਪ ਕਰ ਸਕਦੇ ਨੇ, ਇੰਟਰਵਿਊ ਦੇ ਸਕਦੇ ਨੇ ਐਂਡ ਯੂ ਮਾਈਟ ਬੀ ਦ ਲੱਕੀ ਵਨ ਜਿਨ੍ਹਾਂ ਦੀ ਐਪਲੀਕੇਸ਼ਨ ਪ੍ਰੋਸੈਸ ਹੋ ਜਾਵੇ। ਸਰ ਇੱਥੋਂ ਦੇ ਨਿਊਜ਼ਪੇਪਰਸ ਵਿੱਚ ਤਾਂ ਐਡ ਦੇਣਾ ਜ਼ਰੂਰੀ ਹੈ, ਪਰ ਉਧਰ ਜੇ ਆਪਾਂ ਐਗਜ਼ਾਮਪਲ ਲੈ ਕੇ ਚੱਲੀਏ ਕਿ ਇੰਡੀਆ ਦੇ ਨਿਊਜ਼ਪੇਪਰਸ ਜਿਹੜੇ ਐਡ ਦਿੰਦੇ ਆ ਉਹ 'ਚ ਕਿੰਨੀ ਕੁ ਜ਼ਿਆਦਾ ਇਹ ਸਹੀ ਹੋ ਸਕਦਾ ਜਾਂ ਫੇਕ ਕੰਮ ਹੈ? ਕਿਉਂਕਿ ਜੇ ਤੁਹਾਨੂੰ ਯਾਦ ਹੋਵੇ ਇੱਕ ਵਾਰ ਤੁਹਾਨੂੰ ਮੈਂ ਦਿਖਾਈ ਵੀ ਸੀ ਐਡ ਕਿ ਜਿਸ ਲਿਖਿਆ ਹੋਇਆ ਸੀ ਕਿ ਵਰਕਰਸ ਦੀ ਜ਼ਰੂਰਤ ਹੈਗੀ ਹੈ ਕਿਸੇ ਵੇਅਰ ਹਾਊਸ ਦੇ ਵਿੱਚ, ਸੋ 15 ਤੋਂ 20 ਕਾਮਿਆਂ ਦੀ ਲੋੜ ਹੈ ਤੇ ਰਹਿਣਾ ਖਾਣਾ ਸਭ ਕੁਝ ਫ੍ਰੀ ਹੋਏਗਾ। ਤਰਨ ਕੈਨੇਡੀਅਨ ਜੌਬ ਬੈਂਕ ਦੀ ਜਾਂ HRSDC ਦੀ ਜਾਂ CAC ਦੀ ਕੋਈ ਰਿਕੁਆਇਰਮੈਂਟ ਇਹੋ ਜਿਹੀ ਨਹੀਂ ਹੈਗੀ ਕਿ ਇੰਡੀਆ ਦੇ ਵਿੱਚ ਜੌਬ ਪੋਸਟ ਹੋਵੇ। ਸੋ ਉਹ ਏਜੰਟਾਂ ਦਾ ਕੰਮ ਹੈਗਾ, ਜਿਹੜੇ ਏਜੰਟਸ ਬੈਠੇ ਨੇ ਉੱਥੇ ਉਹ ਐਪਲੀਕੈਂਟਸ ਨੂੰ ਲੈ ਕੇ ਆ ਰਹੇ ਨੇ, ਬਟ ਅਦਰਵਾਈਜ਼ as far as immigration is concerned, as far as job bank is concerned, ਇਹੋ ਜਿਹੀ ਕੋਈ ਵੀ ਰਿਕੁਆਇਰਮੈਂਟ ਨਹੀਂ ਹੈਗੀ। ਸਰ ਜੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੀ ਇਦਾਂ ਵੀ ਹੁੰਦਾ ਕਿ ਕੋਈ ਇਹੋ ਜਿਹੀ ਜੌਬ ਹੈਗੀ ਜਿਹਦੇ ਵਿੱਚ ਤੁਹਾਨੂੰ IELTS ਦੀ ਰਿਕੁਆਇਰਮੈਂਟ ਨਹੀਂ ਹੈਗੀ ਜਾਂ ਤੁਹਾਡੀ ਐਜੂਕੇਸ਼ਨਲ ਬੈਕਗ੍ਰਾਉਂਡ ਨਹੀਂ ਦੇਖਿਆ ਜਾਂਦਾ? ਤਰਨ ਕਾਫੀ ਸਾਰੀਆਂ ਜੌਬਸ ਇਹੋ ਜਿਹੀਆਂ ਹੈਗੀਆਂ, ਜਿਸ ਤਰ੍ਹਾਂ ਲੇਬਰ ਦੀਆਂ ਜੌਬਸ ਹੈਗੀਆਂ ਉਹਦੇ ਵਿੱਚ ਤੁਹਾਡੀ ਲੈਂਗੁਏਜ ਸਕਿੱਲਸ ਦੀਆਂ ਉਸ ਤਰ੍ਹਾਂ ਰਿਕੁਆਇਰਮੈਂਟਸ ਨਹੀਂ ਹੈਗੀਆਂ। ਜਿਹੜੇ ਸੀਜ਼ਨਲ ਵਰਕਰਸ ਆਉਂਦੇ ਨੇ, ਜਿਹੜੇ ਐਗਰੀਕਲਚਰ ਵਰਕਰਸ ਆਉਂਦੇ ਨੇ, ਤੁਹਾਨੂੰ ਉਸ ਤਰ੍ਹਾਂ ਦੀ ਰਿਕੁਆਇਰਮੈਂਟਸ ਨਹੀਂ ਹੈਗੀਆਂ। IELTS ਬੇਸਿਕਲੀ ਇਸ ਵਾਸਤੇ ਦੇਣਾ ਜ਼ਰੂਰੀ ਹੈਗਾ ਜਾਂ ਹੋਣਾ ਜ਼ਰੂਰੀ ਹੈਗਾ ਤਾਂ ਕਿ ਆਫਿਸਰ ਜੱਜ ਕਰ ਸਕੇ ਕਿ ਤੁਹਾਡੀ ਲੈਂਗੁਏਜ ਸਕਿੱਲਸ ਕਿਸ ਤਰ੍ਹਾਂ ਦੀਆਂ ਹੈਗੀਆਂ, ਤੁਸੀਂ ਕਿਸੇ ਦੇ ਉੱਤੇ ਜਾ ਕੇ ਡਿਪੈਂਡੈਂਟ ਤਾਂ ਨਹੀਂ ਹੋ ਜਾਓਗੇ। ਸੋ ਦੈਟ ਇਜ਼ ਦਾ ਰੀਜ਼ਨ ਇਟ ਇਜ਼ ਆਲਵੇਜ਼ ਰਿਕਮੈਂਡਡ ਜੇ IELTS ਹੈਗਾ ਤੇ ਆਫਿਸਰ ਦੇ ਕੋਲ ਉਹ ਡਿਸੀਜਨ ਲੈਣਾ ਆਸਾਨ ਹੋ ਜਾਂਦਾ ਹੈਗਾ, ਉਹ ਬਿਨਾਂ ਇੰਟਰਵਿਊ ਕੀਤੇ ਵੀ ਉਹ ਡਿਸੀਜਨ ਲੈ ਸਕਦਾ ਹੈਗਾ। ਸਰ ਇੱਕ ਵਰਕ ਪਰਮਿਟ ਹੋਲਡਰ ਲਈ ਕਿੰਨਾ ਕੁ ਸਮਾਂ ਜਿਹੜਾ ਹੈ ਉਹ ਆਪਣੀ ਇੱਥੇ ਐਕਸਪੀਰੀਅੰਸ ਜਿਹੜਾ ਜ਼ਰੂਰੀ ਹੈ ਦਿਖਾਉਣਾ ਕਿ ਉਹ ਅੱਗੇ ਆਪਣੀ PR ਦੀ ਫਾਈਲ ਜਿਹੜੀ ਹੈ ਪੁੱਟ ਅਪ ਕਰ ਸਕੇ? ਤਰਨ ਹੁਣ ਇਸ ਟਾਈਮ ਅਟਲਾਂਟਿਕ ਦੀ ਗੱਲ ਕਰੀਏ ਅਸੀਂ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਨਿਊ ਫਾਊਂਡਲੈਂਡ ਜਾਂ PI ਦੀ, ਉੱਥੇ ਜਿੰਨੇ ਵੀ PNPs ਚੱਲ ਰਹੇ ਨੇ 1 ਸਾਲ ਬਾਅਦ ਉਹ ਜੇ ਡੈਜ਼ਿਗਨੇਟਿਡ ਇੰਪਲੋਇਰ ਹੈਗਾ, ਜਿਹੜਾ ਇੰਪਲੋਇਰ ਕੁਆਲੀਫਾਈਡ ਹੈਗਾ ਫਰੋਮ PNP ਫਰੋਮ ਪ੍ਰੋਵਿੰਸ਼ੀਅਲ ਅਥਾਰਟੀਜ਼, 1 ਸਾਲ ਬਾਅਦ ਤੁਹਾਡੀ ਐਪਲੀਕੇਸ਼ਨ PR ਦੀ ਪੁੱਟ ਅਪ ਕੀਤੀ ਜਾ ਸਕਦੀ ਹੈ। ਹੁਣ ਤਰਨ ਅਸੀਂ ਕੁਕਸ ਦੀ ਗੱਲ ਕਰ ਰਹੇ ਸੀ, ਸਰਵਰਸ ਦੀ ਗੱਲ ਕਰ ਰਹੇ ਸੀ, ਹੁਣ ਜਿਹੜੇ ਗ੍ਰੇਡ 12 ਕਰਕੇ ਆਏ ਹੋਏ ਨੇ ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਤਾਂ ਉਹਨਾਂ ਦੀ ਨਜ਼ਰ ਆਉਂਦੀ ਨਹੀਂ, ਐਂਡ ਜੇ ਕੁੱਕ ਵੀ ਹੈਗੇ ਨੇ, ਸ਼ੈਫ ਵੀ ਹੈਗੇ ਨੇ, ਤਾਂ ਵੀ ਟ੍ਰੇਡ ਦਾ ਸਕੋਰ ਵੀ ਉਹ ਬਹੁਤ ਉੱਪਰ ਚਲਾ ਗਿਆ। ਸੋ PNP ਹੀ ਇਹੋ ਜਿਹੀ ਆਪਸ਼ਨ ਉਹਨਾਂ ਵਾਸਤੇ ਬਚਦੀ ਹੈਗੀ ਜਿਹਦੇ ਵਿੱਚ ਉਹ ਆਰਾਮ ਨਾਲ PR ਕੁਆਲੀਫਾਈ ਕਰ ਸਕਦੇ ਨੇ, ਐਂਡ ਉੱਥੇ IELTS
ਦਾ ਸਕੋਰ ਦੀ ਵੀ ਕੋਈ ਇੰਨਾ ਰੋਲਾ ਨਹੀਂ ਹੈਗਾ। ਜੇ 5 ਬੈਂਡਸ ਹੈਗੇ ਨੇ, 6 ਬੈਂਡਸ ਹੈਗੇ ਨੇ, ਤਾਂ ਵੀ ਤੁਸੀਂ PNP ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਸੋ PNP ਦੇ ਵਿੱਚ ਖਾਸ ਕਰ ਐਟਲਾਂਟਿਕ ਦੇ ਵਿੱਚ ਆਈ ਐਮ ਅ ਬਿਗ ਫੈਨ ਆਫ ਐਟਲਾਂਟਿਕ ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਐਟਲਾਂਟਿਕ ਦੀ ਜੋ ਚੀਜ਼ਾਂ ਅੱਜ ਤੋਂ 10 ਸਾਲ ਪਹਿਲੇ ਸੈਸਕੈਚੁਆਨ ਤੇ ਮੈਨੀਟੋਬਾ ਦੇ ਵਿੱਚ, ਐਲਬਰਟਾ ਦੇ ਵਿੱਚ ਸੀਗੀਆਂ, ਅੱਜ ਦੀ ਉਹ ਚੀਜ਼ਾਂ ਐਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ ਐਗਜ਼ਿਸਟ ਕਰ ਰਹੀਆਂ। ਸੋ ਜਿਹੜੀ ਚੀਜ਼ ਜਿਹੜੇ ਲੋਕਾਂ ਨੇ ਜਾਂ ਜਿਹੜੇ ਐਪਲੀਕੈਂਟਸ ਨੇ ਉਸ ਟਾਈਮ ਨੋਵਾ ਸਕੋਸ਼ੀਆ, ਸੈਸਕੈਚੁਆਨ ਦਾ ਜਾਂ ਮੈਨੀਟੋਬਾ ਦਾ, ਐਲਬਰਟਾ ਦਾ ਫਾਇਦਾ ਲਿੱਤਾ, ਅੱਜ ਉਹ ਫਾਇਦਾ ਉਨ ਪ੍ਰੋਵਿੰਸਿਸ ਦੇ ਵਿੱਚ ਉਸ ਤਰ੍ਹਾਂ ਨਹੀਂ ਲੈ ਸਕਦੇ। ਅੱਜ ਦੀ ਤਰੀਕ ਦੇ ਵਿੱਚ ਆਹ ਆਪਸ਼ਨਸ ਹੈਗੀਆਂ। ਸੋ ਜਿਹੜੀ ਆਪਸ਼ਨ ਸਾਹਮਣੇ ਨਜ਼ਰ ਆਉਂਦੀ ਹੋਵੇ ਐਂਡ ਉਹ ਬੈਟਰ ਆਪਸ਼ਨ ਲੱਗਦੀ ਹੋਵੇ, ਉਹਦਾ ਐਡਵਾਂਟੇਜ ਲੈ ਲੈਣਾ ਚਾਹੀਦਾ ਹੈਗਾ। ਸਰ ਐਮਪਲੋਇਰ ਲਈ ਵੀ ਕੀ ਕੁਝ ਡਾਕੂਮੈਂਟਸ ਵਗੈਰਾ ਰੈਡੀ ਕਰਨੇ ਪੈਂਦੇ ਆ ਕਿ ਉਹਨਾਂ ਦੇ ਕੋਲ ਕੋਈ ਇਨਕਮ ਕ੍ਰਾਈਟੇਰੀਆ ਜਾਂ ਰੈਵਨਿਊ ਕੁਝ ਦਿਖਾਉਣਾ ਪੈਂਦਾ ਹੈ ਉਹਨਾਂ ਨੂੰ ਗਵਰਨਮੈਂਟ ਤੋਂ? ਬਿਲਕੁਲ ਦਿਖਾਉਣਾ ਪੈਂਦਾ ਉਹਨਾਂ ਨੂੰ, ਆਪਣੇ ਦਿਖਾਉਣਾ ਪੈਂਦਾ ਜੀ ਕਿੰਨੇ EMPLOYEES ਉਹਨਾਂ ਦੇ ਕੋਲ ਕੰਮ ਕਰ ਰਹੇ ਨੇ, ਉਹਨਾਂ ਦਾ ਰੈਵਨਿਊ ਕਿਸ ਤਰ੍ਹਾਂ ਦਾ ਹੈਗਾ ਆ, ਕਿੰਨੇ EMPLOYEES ਨੂੰ ਕਿੰਨੇ ਘੰਟੇ ਦੇ ਰਹੇ ਨੇ, ਐਂਡ ਉਹਨਾਂ ਦਾ CPP EI ਟੈਕਸਿਸ ਦੇ ਵਿੱਚ ਕੋਈ ਇਸ਼ੂ ਤਾਂ ਨਹੀਂ ਹੈਗਾ ਦੇਣ ਦੇ ਵਿੱਚ। ਸੋ ਸਾਰੀਆਂ ਚੀਜ਼ਾਂ ਉਹਨਾਂ ਦੀ ਪੇਡ ਅਪ ਹੈਗੀਆਂ। ਸੋ ਇਹ ESTC ਆਫੀਸਰ ਸਾਰੀ ਚੀਜ਼ਾਂ ਨੂੰ ਗੌਰ ਕਰਦਾ ਹੈਗਾ ਜਦੋਂ LMIA ਅਪਰੂਵ ਕਰਕੇ ਦੇਣ ਲੱਗਦਾ ਜਾਂ PNP ਆਫੀਸਰਸ ਜਦੋਂ ਅਪਰੂਵ ਕਰਕੇ ਦੇਣ ਲੱਗਦੇ ਨੇ ਤਾਂ ਸਾਰੀ ਚੀਜ਼ਾਂ ਨੂੰ ਗੌਰ ਕਰਦੇ ਨੇ ਐਂਡ ਉਸ ਤੋਂ ਬਾਅਦ ਹੀ ਉਹ ਪੋਜ਼ਿਟਿਵ ਡਿਸੀਜਨਸ ਇਨ ਐਪਲੀਕੇਸ਼ਨ ਦੇ ਉੱਤੇ ਲੈਂਦੇ ਨੇ। ਤੇ EMPLOYEE ਨੂੰ ਕੀ ਦਿਖਾਉਣਾ ਪੈਂਦਾ ਹੈ ਜੇ ਉਹ ਜਿਵੇਂ ਵਰਕ ਪਰਮਿਟ ਦੀ ਐਪਲੀਕੇਸ਼ਨਸ ਹੋਣ ਤਾਂ? ਤਰਨ EMPLOYEE ਦੇ ਕੋਲ ਜਿਹੜੀ ਜੌਬ ਆਫਰ ਕੀਤੀ ਜਾ ਰਹੀ ਹੈ, ਸਪੋਜ਼ ਕੁੱਕ ਦੀ ਜੌਬ ਆਫਰ ਕੀਤੀ ਜਾ ਰਹੀ ਹੈ, ਸੋ ਅਜੇ IT ਦਾ ਬੰਦਾ ਹੈਗਾ, ਕੁਕਿੰਗ ਦਾ ਐਕਸਪੀਰੀਅੰਸ ਹੀ ਨਹੀਂ ਹੈਗਾ, ਤੇ ਉਹ ਕੁੱਕ ਦੀ ਜੌਬ ਕਿਸ ਤਰ੍ਹਾਂ ਕਰ ਲਏਗਾ? ਸੋ ਉਹਦੇ ਕੋਲ ਉਸ ਤਰ੍ਹਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਐਜੂਕੇਸ਼ਨ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ। ਆਈ ਹੈਵ ਆਲਸੋ ਸੀਨ ਡਾਕਟਰਸ ਜਿਹੜੇ ਕੁਆਲੀਫਾਈਡ ਡਾਕਟਰਸ ਹੈਗੇ ਨੇ, MD ਹੈਗੇ ਨੇ, ਬਟ ਉਹ ਸ਼ੌਕੀਆ ਤੌਰ ਤੇ ਆਪਣੇ ਰੈਸਟੋਰੈਂਟਸ ਚਲਾਉਂਦੇ ਨੇ, ਸੋ ਉਹ ਹੈਲਥ ਕੌਨਸ਼ੀਅਸ ਹੈਗੇ ਨੇ, ਉਹਨਾਂ ਦੀ ਇੱਕ ਲੀਡ ਕਲਾਸ ਉਹਨਾਂ ਨੂੰ ਕੇਟਰ ਕਰਦੇ ਨੇ। ਸੋ ਉਸ ਤਰ੍ਹਾਂ ਦੇ ਡਾਕਟਰਸ ਵੀ ਅਸੀਂ ਕਿਤੇ ਨੇ ਜਿਹੜੇ ਐਜ਼ ਅ ਕੁੱਕ ਸ਼ੈਫ ਆਏ ਨੇ ਜਾਂ ਇੱਥੇ ਓਨਰ ਆਪਰੇਟਰ ਦੇ ਵਿੱਚ ਆਏ ਨੇ। ਇਸੇ ਤਰ੍ਹਾਂ ਇੰਜੀਨੀਅਰਸ ਵੀ ਆ ਸਕਦੇ ਨੇ। ਸੋ ਅਗੇਨ ਇਟ ਇਜ਼ ਆਲ ਡਿਪੈਂਡਸ ਕਿ ਤੁਹਾਡਾ ਐਕਸਪੀਰੀਅੰਸ, ਐਜੂਕੇਸ਼ਨ ਨਾਲੋਂ ਜ਼ਿਆਦਾ ਤੁਹਾਡਾ ਐਕਸਪੀਰੀਅੰਸ ਰੈਲੇਵੈਂਟ ਹੈਗਾ ਆ। ਤੁਹਾਡਾ ਐਕਸਪੀਰੀਅੰਸ ਜੇ ਉਸ ਇੰਡਸਟਰੀ ਦੇ ਵਿੱਚ 2-3 ਸਾਲ ਦਾ ਹੈਗਾ ਤਾਂ ਯੈਸ ਐਬਸੋਲੂਟਲੀ ਯੂ ਸ਼ੁੱਡ ਬੀ ਟੇਕਿੰਗ ਦੈਟ ਐਡਵਾਂਟੇਜ। ਸੋ ਕੈਨੇਡਾ ਵਿੱਚ ਕੀ ਜੌਬ ਅਪਰਚੂਨਿਟੀਜ਼ ਵਾਈਡ ਰੇਂਜ ਹੈਗੀ ਹੈ ਇੱਥੇ? 5.5 ਲੱਖ ਵਰਕਰਸ ਜਿਹੜਾ ਆ ਰਿਹਾ ਇਹ ਅਲੱਗ-ਅਲੱਗ ਇੰਡਸਟਰੀ ਦੇ ਵਿੱਚ ਆ ਕੇ ਕੰਮ ਕਰ ਰਿਹਾ ਤਰਨ। ਸੋ ਐਬਸੋਲੂਟਲੀ ਬਹੁਤ ਸਾਰੀਆਂ ਜੌਬਸ ਹੈਗੀਆਂ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜੌਬਸ ਆਉਣ ਵਾਲੀਆਂ ਹੈਗੀਆਂ ਬਿਕੋਜ਼ ਹੁਣ ਇਕਨੋਮਿਕ ਰਿਵਾਈਵਲ ਵਾਸਤੇ ਸਾਨੂੰ ਆ ਸਾਰੇ ਬਿਜ਼ਨੈਸਿਸ ਨੂੰ ਬੂਸਟ ਦੇਣਾ ਪਏਗਾ ਐਂਡ ਉਹਨਾਂ ਦੀ ਵਰਕ ਸ਼ਾਰਟੇजेस ਨੂੰ, ਵਰਕ ਫੋਰਸ ਨੂੰ ਅਸੀਂ ਉਹਨੂੰ ਬੂਸਟ ਦੇਣਾ ਪਏਗਾ ਤਾਂ ਹੀ ਉਹ ਬਿਜ਼ਨੈਸਿਸ ਗਰੋ ਕਰ ਸਕਣਗੇ। ਸੋ ਐਬਸੋਲੂਟਲੀ ਬਹੁਤ ਸਾਰੀਆਂ ਓਪਰਚੁਨਿਟੀਜ਼ ਇਸ ਟਾਈਮ ਐਗਜ਼ਿਸਟ ਕਰ ਰਹੀਆਂ ਜੀ। ਸਰ ਤੁਹਾਡੇ ਕੋਲ ਵੀ ਕੁਝ ਨਾ ਕੁਝ ਓਪਰਚੁਨਿਟੀਜ਼ ਹੁੰਦੀਆਂ ਨੇ, ਤੁਹਾਡੇ ਕੋਲ ਹੁਣ ਵੀ ਜੌਬ ਵੈਕੈਂਸੀਜ਼ ਹੈਗੀਆਂ ਨੇ? ਤਰਨ ਸਾਡੇ ਕੋਲ ਹਸਪਿਟੈਲਿਟੀ ਸੈਕਟਰ ਦੀਆਂ ਓਪਨਿੰਗਸ ਹੈਗੀਆਂ ਇਸ ਟਾਈਮ ਤੇ ਜੀ। ਸਾਡੇ ਕੋਲ ਕੁਕਸ ਦੀਆਂ, ਸ਼ੈਫਸ ਦੀਆਂ, ਬੇਕਰਸ ਦੀਆਂ, ਰੂਮ ਅਟੈਂਡੈਂਟਸ ਦੀਆਂ, ਹਸਪਿਟੈਲਿਟੀ ਦੀ ਇੰਡਸਟਰੀ ਸਾਡੇ ਕੋਲ ਸਾਰੀਆਂ ਆਕੂਪੇਸ਼ਨਸ ਹੈਗੀਆਂ। ਜੇ ਤੁਹਾਡੇ ਕੋਲ ਹਸਪਿਟੈਲਿਟੀ ਦਾ ਐਕਸਪੀਰੀਅੰਸ ਹੈਗਾ ਘੱਟੋ ਘੱਟ 2 ਤੋਂ 3 ਸਾਲ ਦਾ, ਐਜੂਕੇਸ਼ਨ ਘੱਟ ਵੀ ਹੈਗੀ ਹੈ, ਆਈਲੈਟ ਸਕੋਰ 5 ਬੈਂਡਸ ਲੈ ਸਕਦੇ ਹੋ ਤੇ ਯੈਸ ਥੀਸ ਓਪਰਚੁਨਿਟੀਜ਼ ਕੈਨ ਵਰਕ ਫॉर ਯੂ। ਆਪਣੇ CV ਸਾਨੂੰ ਫਾਰਵਰਡ ਕਰ ਦਿਓ, ਇੰਟਰਵਿਊ ਕਰਵਾਵਾਂਗੇ ਐਂਡ ਵੀ ਵਿਲ ਗੋ ਫਰਮ देयर। ਜੇ ਤੁਹਾਡੀ ਇੰਟਰਵਿਊ ਥਰੂ ਹੁੰਦੀ ਹੈ ਤੇ EMPLOYER ਤੁਹਾਡਾ LMIA ਕਰਵਾ ਕੇ ਦੇਗਾ ਐਂਡ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਵਾਏਗਾ ਜੀ। ਬਿਲਕੁਲ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਜੀ? ਹਾਂਜੀ, ਬ੍ਰੈਂਪਟਨ ਤੋਂ ਬੋਲਦੇ ਆ। ਮੇਰਾ ਇਹ ਸਵਾਲ ਸੀ, ਮੇਰੀ ਨਾਨੀ ਜੀ ਦੀ PR ਆਈ ਨੂੰ ਕਾਫੀ ਟਾਈਮ ਹੋ ਗਿਆ, 2020 ਚ ਆਈ ਉਹਨਾਂ ਦੀ ਦਸੰਬਰ ਚ, ਪਰ ਅਜੇ ਤੱਕ ਉਹਨਾਂ ਦਾ PR ਕਾਰਡ ਨਹੀਂ ਆਇਆ। ਕਾਫੀ ਵੇਟ ਹੋ ਰਹੀ ਤੇ ਨਾਨਾ ਜੀ ਦੀ ਵੀ PR ਸੇਮ ਟਾਈਮ ਤੇ ਹੋਈ ਸੀ, ਉਹਨਾਂ ਦਾ PR ਕਾਰਡ ਆ ਗਿਆ ਜੀ। ਜੀ ਆ ਜਾਣਾ ਚਾਹੀਦਾ ਸੀਗਾ। ਨਾਰਮਲੀ ਕੁਡ ਬੀ ਮਿਸਪਲੇਸ ਹੋ ਗਿਆ ਹੋਵੇ। ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ ਤੁਸੀਂ। ਉਹਨਾਂ ਨੂੰ ਈਮੇਲ ਵੀ ਪਾਈ ਹੋਈ ਬਟ ਈਮੇਲ ਦਾ ਵੀ ਕੋਈ ਅਜੇ ਤੱਕ ਉਹਨਾਂ ਦਾ ਰਿਪਲਾਈ ਨਹੀਂ ਆਇਆ। ਬਹੁਤ ਜ਼ਿਆਦਾ ਆਲਮੋਸਟ 9 ਮੰਥਸ ਹੋ ਗਏ ਨੇ ਜੀ। ਸੋ ਬੇਸਿਕਲੀ ਆ ਡਿਲੇ ਹੈਗਾ, ਕੋਈ ਤਾਂ ਮਿਸਪਲੇਸ ਹੀ ਹੋਇਆ ਤੇ ਤੁਹਾਨੂੰ ਯੂ ਵਿਲ ਹੈਵ ਟੂ ਪੁੱਟ ਅਪ ਐਨ ਐਪਲੀਕੇਸ਼ਨ ਕਿ ਡੁਪਲੀਕੇਟ ਕਾਰਡ ਆ ਸਕੇ ਤੁਹਾਡੇ ਕੋਲ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਹੈ। ਤੇ ਸਰ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਸੋ ਫਰਾਡ ਤੋਂ ਬਚਿਆ ਜਾ ਸਕੇ ਜਿਹੜੇ ਇਸ ਵਕਤ ਚੱਲਦੇ ਪਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਤਰਨ ਇੱਕੋ ਹੀ ਚੀਜ਼ ਕਵਾਂਗਾ ਜੀ ਕਿ ਓਪਰਚੁਨਿਟੀਜ਼ ਬਹੁਤ ਸਾਰੀਆਂ ਹੈਗੀਆਂ। ਤੁਸੀਂ ਦੇਖਣਾ ਹੈ ਕਿ ਕਿਹੜਾ ਲਾਇਰ, ਕਿਹੜਾ ਕੰਸਲਟੈਂਟ ਇਹੋ ਜਿਹਾ ਤੁਹਾਨੂੰ ਲੱਗਦਾ ਹੈ ਜਿਹੜਾ ਤੁਹਾਨੂੰ ਠੀਕ ਐਡਵਾਈਸ ਦੇ ਰਿਹਾ, ਸਲਾਹ ਦੇ ਰਿਹਾ। ਐਂਡ ਜੇ ਈਵਨ ਤੁਸੀਂ ਬਿਜ਼ਨਸਮੈਨ ਹੈਗੇ ਹੋ, ਤੁਸੀਂ EMPLOYER ਹੈਗੇ ਹੋ ਐਂਡ ਯੂ ਵਾਂਟ ਟੂ ਹਾਇਰ ਸਮਬਡੀ, ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਸਾਨੂੰ 14 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਜਿਸ ਤਰ੍ਹਾਂ ਪੋਸੀਬਲ ਹੋਏਗੀ, ਜਿਹੜੇ ਸਟੈਪਸ ਹੋਣਗੇ, ਵੀ ਵਿਲ ਗਾਈਡ ਯੂ ਥਰੂ ਐਂਡ ਥਰੂ ਫॉर ਵਿਦ ਐਵਰੀਥਿੰਗ। ਯੈਸ ਓਪਰਚੁਨਿਟੀ ਸਾਡੇ ਕੋਲ ਐਟਲਾਂਟਿਕ ਦੇ ਵਿੱਚ ਇਸ ਟਾਈਮ ਹਸਪਿਟੈਲਿਟੀ ਸੈਕਟਰ ਦੇ ਵਿੱਚ
ਵਿੱਚ ਹੈਗਾ, ਜਿਹੜੀਆਂ ਜੇ ਤੁਹਾਡੀ ਗ੍ਰੇਡ 12 ਦੇ ਨਾਲ ਹੈਗੇ ਹੋ ਜਾਂ ਆਈਲੈਟ ਦਾ ਸਕੋਰ ਘੱਟ ਹੈਗਾ ਜਾਂ ਏਜ ਜ਼ਿਆਦਾ ਹੈਗੀ ਹੈ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਸੀਂ ਨਹੀਂ ਜਾ ਸਕਦੇ, ਤੇ ਇਹਨਾਂ ਸਟਰੀਮਸ ਦੇ ਵਿੱਚ ਤੁਸੀਂ 1 ਸਾਲ ਕੰਮ ਕਰਨ ਤੋਂ ਬਾਅਦ PNP ਵਾਸਤੇ ਕੁਆਲੀਫਾਈ ਕਰ ਸਕਦੇ ਹੋ, ਐਂਡ ਵਿਦ ਯੋਰ ਫੈਮਿਲੀ ਯੂ ਕੈਨ ਗੈਟ ਯੋਰ ਪਰਮਾਨੈਂਟ ਰੈਜ਼ੀਡੈਂਸੀ ਇਨ ਥੀਸ ਪ੍ਰੋਵਿੰਸਸ। तो इन्फॉर्मेशन लैन वास्ते यू कैन ऑलवेज सेंड अस एन ईमेल एट info@iccimmigration.ca या कॉल कर सकते हो 9054612424। ਜੀ ਪ੍ਰੋਗਰਾਮ ਦੀ ਲਾਸਟ ਕਾਲ ਅਸੀਂ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਸੀਂ ਕੈਲਗਰੀ ਤੋਂ ਬੋਲਦੇ ਹਾਂ। ਹਾਂਜੀ ਦੱਸੋ ਜੀ, ਕੀ ਸਵਾਲ ਹੈ? ਸਾਡਾ ਪ੍ਰੋਗਰਾਮ ਵੇਖਣ ਦੇ ਅਸੀਂ ਤੇ ਅਸੀਂ ਪੁੱਛਣਾ ਸੀ ਕੁਝ ਇਮੀਗ੍ਰੇਸ਼ਨ ਬਾਰੇ। ਦੱਸੋ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਸਾਡਾ ਸਵਾਲ ਇਹ ਵਾ ਕਿ ਪੁੱਛਣਾ ਸੀ ਵੀ ਜਿਸ ਤਰ੍ਹਾਂ ਮਤਲਬ ਫੈਮਿਲੀ ਜੇ ਆਉਣਾ ਹੋਵੇ ਕਿਸੇ ਬੇਸ ਤੇ +2 ਪੜ੍ਹੇ ਨੇਗੇ ਦੋਵੇਂ ਜਾਣੇ, ਤੇ ਪੈਸੇ ਦੇ ਕੇ ਮਤਲਬ ਵੀ ਉਹ ਆ ਸਕਦੇ ਕਿਸੇ ਕੈਟਾਗਰੀ 'ਚ, ਜਿਵੇਂ ਖੇਤੀਬਾੜੀ ਵਾਸਤੇ? ਕਰਦੇ ਕੀ ਨੇ ਜੀ ਹੈਲੋ, ਖੇਤੀਬਾੜੀ ਦਾ ਵੀ ਹੈਗਾ ਉਹਨਾਂ ਕੋਲ? ਖੇਤੀਬਾੜੀ ਦਾ ਐਕਸਪੀਰੀਅੰਸ ਹੈ ਜੀ। ਬਿਲਕੁਲ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਥੈਂਕ ਯੂ ਜੀ ਸਰ। ਤਰਨ, ਇਸ ਟਾਈਮ ਤੇ ਜਿਹੜੀ ਐਗਰੀਕਲਚਰ ਪਾਇਲਟ ਚੱਲ ਰਿਹਾ ਹੈਗਾ ਉਹਦੇ ਵਿੱਚ ਗ੍ਰੇਡ 12 ਹੋਣਾ ਜ਼ਰੂਰੀ ਹੈਗਾ, 4 ਬੈਂਡ ਚਾਹੀਦੇ ਨੇ ਪਾਇਲਟ ਦੇ ਵਿੱਚ ਕੁਆਲੀਫਾਈ ਹੋਣ ਵਾਸਤੇ। ਸੋ 1 ਸਾਲ ਦਾ ਜੇ ਕੈਨੇਡੀਅਨ ਐਕਸਪੀਰੀਅੰਸ ਮਿਲ ਜਾਂਦਾ ਤੇ ਇੱਥੇ PR ਹੋਣਾ ਦੀ ਪੋਸੀਬਲ ਹੈਗੀ। ਸੋ ਐਸੇ ਵਾਸਤੇ ਲੋ ਸਕਿਲਡ, ਘੱਟ ਐਜੂਕੇਸ਼ਨ, ਘੱਟ ਆਈਲੈਟਸ ਦੇ ਨਾਲ PR ਪੋਸੀਬਲ ਹੈਗੀਆਂ ਜੀ। ਬਿਲਕੁਲ ਜੀ, ਮਤਲਬ ਉਹਨਾਂ ਦਾ ਬਣ ਸਕਦਾ, ਕੋਈ ਸਕੋਪ ਬਣ ਸਕਦਾ। ਸੋ ਤੁਸੀਂ ਮਿਸਟਰ ਮਨੂ ਦੱਤਾ ਨਾਲ ਕੰਟੈਕਟ ਕਰ ਲਿਓ ਜੀ, ਆਪਸ਼ਨਸ ਹੈਗੇ ਨੇ ਅਵੇਲੇਬਲ, ਤੁਹਾਨੂੰ ਦੱਸ ਸਕਦੇ ਨੇ ਇਹਦੇ ਬਾਰੇ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਜੀ ਰਿਕਵੈਸਟ ਆ ਜੀ, ਇੱਕ ਪੁੱਛਣਾ ਸੀਗਾ ਹਾਂਜੀ। ਕਿ ਸਾਡਾ ਲੜਕਾ ਉਹ ਯੂਰਪ ਤੋਂ ਆਇਆ ਸੀਗਾ, ਉਹਦੀ LMO ਆ ਗਈ ਆ, ਵਰਕ ਪਰਮਿਟ ਸਕਿਲਡ ਦਾ, ਉਹਨੂੰ ਕੈਟਾਗਰੀ ਦਾ ਕੰਟਰੈਕਸ਼ਨ ਦਾ ਮਿਲ ਆ ਜਾਣਾ, ਵਰਕ ਪਰਮਿਟ ਪਰ ਆਇਆ ਨਹੀਂ ਹਜੇ, LMO ਆ ਗਈ, ਪਾ ਕੇ ਭੇਜਤਾ, ਤੇ ਉਹਦੇ ਕੋਲ 2 ਸਾਲ ਦਾ ਤਜਰਬਾ ਗਾ ਯੂਰਪ ਦਾ। ਹੈਲੋ, ਹਾਂਜੀ ਹਾਂਜੀ ਦੱਸੋ ਜੀ, ਦੱਸੋ ਸਵਾਲ 2 ਸਾਲ ਦਾ ਤਜਰਬਾ ਗਾ ਉਹਦਾ, 2 ਸਾਲ ਦਾ ਤਜਰਬਾ ਗਾ ਉੱਥੇ ਦਾ ਯੂਰਪ ਦਾ, ਉਹ ਵੀ ਐਕਸਪ੍ਰੈਸ ਐਂਟਰੀ ਲਾ ਸਕਦਾ ਉਹ, ਜਾਂ ਇੱਥੇ ਕੋਚਰ ਚੱਲੇ ਤਜਰਬਾ ਫੇਰ ਲਾ ਸਕਦਾ ਜੀ? ਠੀਕ ਹੈ ਜੀ, ਤੁਸੀਂ ਟੀਵੀ ਤੇ ਆਨਸਰ ਸੁਣ ਸਕਦੇ ਹੋ ਸਰ, ਕੁਝ ਪੁੱਛਣਾ ਤਾਂ ਨਹੀਂ? ਟੀਵੀ ਤੇ ਸੁਣੋ ਜੀ ਆਨਸਰ। ਥੈਂਕ ਯੂ ਜੀ। ਜੀ ਸਰ। ਓਕੇ, ਐਕਸਪ੍ਰੈਸ ਐਂਟਰੀ ਦੇ ਵਿੱਚ ਐਪਲੀਕੇਸ਼ਨ ਲਗਾਉਣ ਵਾਸਤੇ ਉਹਦੀ ਉਮਰ ਦੇਖਣੀ ਪੈਣੀ ਜੀ, ਉਹਦੀ ਲੈਂਗੁਏਜ ਦੇਖਣੀ ਪੈਣੀ ਹੈ, ਆਈਲੈਟਸ ਦਾ ਐਗਜ਼ਾਮ ਦੇਖਣਾ ਪੈਣਾ, ਆਈਲੈਟਸ ਦਾ ਸਕੋਰ ਦੇਖਣਾ ਪੈਣਾ, ਉਹਦੀ ਐਜੂਕੇਸ਼ਨ ਦੀ ਕੀ ਅਸੈਸਮੈਂਟ ਕੈਨੇਡੀਅਨ ਗਵਰਨਮੈਂਟ ਨੇ ਦਿੱਤੀ ਹੈ ਉਹ ਦੇਖਣੀ ਪੈਣੀ ਹੈਗੀ ਹੈ। ਸੋ ਯੈਸ, ਚਾਂਸਿਸ ਹੈਗੇ ਨੇ ਜੀ, ਉਹਦੇ ਵਿੱਚ ਵੀ ਜਾ ਸਕਦਾ, ਬਟ ਜੇ LMIA ਆਈ ਗਈ ਹੈ ਤੇ ਉਹਨੂੰ ਇੱਥੇ ਆ ਕੇ ਕੰਮ ਕਰਨ ਤੋਂ ਬਾਅਦ ਉਹਦੇ LMIA ਦੇ ਪੁਆਇੰਟਸ ਤੇ ਐਡ ਹੋਣਗੇ, ਉਹਦੇ ਕੈਨੇਡੀਅਨ ਐਕਸਪੀਰੀਅੰਸ ਦੇ ਵੀ ਪੁਆਇੰਟਸ ਐਡ ਹੋ ਜਾਣਗੇ। ਸੋ ਉਹਦੀ PR ਆਸਾਨ ਹੋ ਜਾਏਗੀ ਕੈਨੇਡਾ ਆ ਕੇ, ਐਂਡ PNP ਦੇ ਥਰੂ ਵੀ ਉਹ ਕੁਆਲੀਫਾਈ ਕਰਨ ਦੇ ਉਹਦੇ ਚਾਂਸਸ ਵੱਧ ਜਾਣਗੇ। ਬਿਲਕੁਲ ਜੀ। ਤੇ ਸਰ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਚ ਆ ਕੇ ਜਾਣਕਾਰੀ ਦਿੰਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਤਰਨ ਜੀ, ਇਟ ਇਜ਼ ਆਲਵੇਜ਼ ਅ ਪਲੇਜ਼ਰ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ, ਤੇ ਹੁਣ ਵੀ ਕਈ ਦਰਸ਼ਕ ਸਾਨੂੰ ਕਾਲ ਕਰ ਰਹੇ ਨੇ। ਅਸੀਂ ਮੁਆਫੀ ਚਾਹਾਂਗੇ, ਸਾਡਾ ਪ੍ਰੋਗਰਾਮ ਜਿਹੜਾ ਹੁੰਦਾ 3 ਵਜੇ ਸਟਾਰਟ ਹੋ ਜਾਂਦਾ ਟੋਰਾਂਟੋ ਸਮੇਂ ਦੇ ਮੁਤਾਬਿਕ, ਸੋ ਤੁਸੀਂ ਉਸ ਟਾਈਮ ਕਾਲਸ ਕਰਨੀਆਂ ਸ਼ੁਰੂ ਕਰ ਦਿਆ ਕਰੋ। ਹੁਣ ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਮਿਸਟਰ ਮਨੂ ਦੱਤਾ ਤੋਂ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਨੰਬਰਸ ਤੁਹਾਨੂੰ ਦੇ ਦਿੱਤੇ ਗਏ ਨੇ, ਇੱਥੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।